ਸ਼ਲੋਕ ਮਹਿਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ। ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ। ਸਗਲੀ ਧਰਤੀ ਮਾਲ ਧਨ ਬਰਤਨ ਸਰਬ ਜੰਜਾਲ। ਨਾਨਕ ਮੁਸੈ ਗਿਆਨ ਬਿਹੂਣੀ ਖਾਏ ਗਿਆ ਜਮਕਾਲ। ਮਹਿਲਾ ਪਹਿਲਾ। ਬਾਇਨ ਚੇਲੇ ਨੱਚਨ ਗੁਰ ਪੈਰ ਹਲਾਇਨ ਫੇਰਨ ਸਿਰ। ਉੜ ਉੜ ਰਾਵਾ ਝਾਟੈ ਪਾਏ ਵੇਖੈ ਲੋਕ ਹਸੈ ਘਰ ਜਾਏ। ਰੋਟੀਆਂ ਕਾਰਨ ਪੂਰੈ ਤਾਲ ਆਪ ਪਛਾੜੈ ਧਰਤੀ ਨਾਲ। ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ। ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ। ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ। ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਕੋਲੂ ਚਰਖਾ ਚੱਕੀ ਚੱਕ ਥਲ ਬਾਰੋਲੇ ਬਹੁਤ ਅਨੰਤ। ਲਾਟੂ ਮਾਧਾਣੀਆਂ ਅਨਗਾ ਪੰਖੀ ਭੌਂਦੀਆਂ ਲੈਣ ਨਸਾ। ਸੂਆ ਚਾੜ ਪਵਾਈਆਂ ਜੰਤ ਨਾਨਕ ਭੌਂਦਿਆਂ ਗਣਤ ਨ ਅੰਤ। ਬੰਧਨ ਬੰਦ ਪਵਾਏ ਸੋਏ ਪਇਆ ਕਿਰਤ ਨਚੈ ਸਭ ਕੋਏ। ਨੱਚ ਨੱਚ ਹਸੈ ਚੱਲੈ ਸੇ ਰੋਏ ਉੱਡ ਨ ਜਾਹੀ ਸਿੱਧ ਨ ਹੋਏ। ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾਇ ਲੈ ਨਰਕ ਨਾ ਜਾਈਐ। ਜਿਉ ਪਿੰਡ ਸਭ ਤਿਸ ਦਾ ਦੇ ਖਾਜੈ ਆਖ ਗਵਾਈਐ। ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ। ਜੇ ਜਰਬਾਣਾ ਪਰ ਹਰੈ ਜਰ ਵੇਸ ਕਰੇਂਦੀ ਆਈਐ। ਕੋ ਰਹਿ ਨਾ ਭਰੀਐ ਪਾਈਐ ਕੋ ਰਹਿ ਨਾ ਭਰੀਐ ਪਾਈਐ। ਆਪ ਜੀ ਨੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਪਾਵਨ ਰਚਨਾ ਆਸਾ ਕੀ ਵਾਰ ਦੀ 5 ਨੰਬਰ ਪੌੜੀ ਦਾ ਪਾਠ ਤੇ ਉਸ ਦੇ ਨਾਲ ਸੰਬੰਧਿਤ 2 ਸ਼ਲੋਕਾਂ ਦਾ ਪਾਠ ਸਰਵਣ ਕੀਤਾ ਹੈ। ਇਸ ਤੋਂ ਪਹਿਲਾਂ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਸਤਿਗੁਰੂ ਅਕਾਲ ਪੁਰਖ ਦੀ ਰਚਨਾ ਦੇ ਵਿੱਚ ਜੋ ਕੁਝ ਵੀ ਸਿਰਜਿਆ ਗਿਆ ਹੈ ਉਹ ਕਿਸੇ ਮਰਜ਼ਾਦਾ ਦੇ ਅਧੀਨ ਹੋ ਕਰਕੇ ਕਾਰਜਸ਼ੀਲ ਹੈ। ਉਹਦੇ ਹੁਕਮ ਦੇ ਅਧੀਨ ਹੀ ਸਭ ਕੁਝ ਚੱਲ ਰਿਹਾ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹੈ ਨਾ ਕੋਈ। ਇਸ ਗੱਲ ਨੂੰ ਸਮਝਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਵੇਂ ਜਪਜੀ ਸਾਹਿਬ ਦੇ ਅੰਦਰ ਕਿਰਪਾ ਕੀਤੀ ਹੈ ਤਿਵੇਂ ਇਸ ਬਾਣੀ ਰਚਨਾ ਦੇ ਅੰਦਰ ਵੀ ਸਤਿਗੁਰੂ ਨੇ ਕਿਰਪਾ ਕੀਤੀ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ 5 ਨੰਬਰ ਪੌੜੀ ਦੇ ਨਾਲ ਕਿਰਪਾ ਕਰ ਰਹੇ ਨੇ ਜਿਸ ਨੂੰ ਕੇਂਦਰਿਤ ਕੀਤਾ ਹੈ ਕਿ ਮਨੁੱਖ ਕਿੰਨਾ ਵੀ ਜ਼ੋਰ ਅਜ਼ਮਾਈ ਕਰ ਲਵੇ ਲੇਕਿਨ ਵਡੇਪਾ ਆਉਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਵਿੱਚ ਜੋ ਉਸ ਮਾਲਕ ਨੇ ਸਾਨੂੰ ਜੀਵਨ ਦਿੱਤਾ ਹੈ ਬਖਸ਼ਿਸ਼ ਕੀਤਾ ਹੈ ਉਸ ਨੂੰ ਮੌਤ ਤੋਂ ਬਚਾਇਆ ਨਹੀਂ ਜਾ ਸਕਦਾ। ਕਿਉਂਕਿ ਜੋ ਉਪਜੋ ਸੋ ਵਿਰਸ ਹੈ ਪਰੋ ਆਜ ਕੈ ਕਾਲ। ਇਹ ਅਟਲ ਸਚਾਈ ਹੈ ਔਰ ਮੌਤ ਦਾ ਪੈਗਾਮ ਸਾਡੇ ਜੀਵਨ ਦੇ ਵਿੱਚ ਜਨਮ ਤੋਂ ਹੀ ਆਰੰਭ ਹੋ ਚੁੱਕਾ ਹੈ। ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਅਧੀਨ ਸਤਿਗੁਰੂ ਪਾਤਸ਼ਾਹ ਜੀ ਦੇ ਜੋ ਉਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਇਮਾਨ ਕੀਤੇ ਹਨ। ਨੌਬਤ ਬੱਜੀ ਸੁਬਹ ਸੋ ਚੱਲਣ ਕਾ ਕਰ ਸਾਜ। ਇਹ ਬਾਤ ਸਮਝਾਈ ਹੈ ਪੂਰੇ ਸੰਸਾਰ ਨੂੰ ਔਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਇਸ ਪੌੜੀ ਵਿੱਚ ਤੇ ਸ਼ਲੋਕਾਂ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ ਕਿ ਜਿਵੇਂ ਕ੍ਰਿਸ਼ਨ ਜੀ ਦੀ ਪੂਜਾ ਕਰਨ ਵਾਲੇ ਵੇਖਦੇ ਹਨ ਕਿ ਉਹ ਗੋਪੀਆਂ ਦੇ ਰੂਪ ਵਿੱਚ ਗੋਪੀਆਂ ਦੇ ਨਾਲ ਅਨੇਕਾਂ ਤਰ੍ਹਾਂ ਦੀ ਲੀਲਾ ਕਰਦੇ ਹਨ। ਸਤਿਗੁਰੂ ਜੀ ਨੇ ਉਸ ਦ੍ਰਿਸ਼ ਨੂੰ ਦ੍ਰਿਸ਼ਮਾਨ ਕਰਦਿਆਂ ਹੋਇਆਂ ਸੰਸਾਰਿਕ ਰਚਨਾ ਨੂੰ ਲੈ ਕਰਕੇ ਕਿ ਹਰ ਇੱਕ ਜੀਵ ਇੱਥੇ ਕਿਵੇਂ ਰਾਸ ਪਾ ਰਿਹਾ ਹੈ ਔਰ ਇਹਦਾ ਜੀਵਨ ਗੁਜ਼ਰਦਾ ਜਾ ਰਿਹਾ ਹੈ ਤੇ ਉਸ ਜ਼ਿੰਦਗੀ ਦੇ ਵਿੱਚ ਜਿਹੜਾ ਮਨੋਰਥ ਹੈ ਉਸ ਤੋਂ ਕਿਵੇਂ ਪਾਸੇ ਹੋ ਕਰਕੇ ਆਪਣੀ ਜ਼ਿੰਦਗੀ ਨੂੰ ਅਜਾਈ ਗਵਾਉਣ ਦਾ ਯਤਨ ਕਰ ਰਿਹਾ ਹੈ। ਜਦ ਕਿ ਸਾਨੂੰ ਮਨੁੱਖਾ ਜ਼ਿੰਦਗੀ ਪ੍ਰਾਪਤ ਹੋਈ ਹੈ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਨੁੱਖਾ ਜ਼ਿੰਦਗੀ ਦਾ ਲਾਭ ਪ੍ਰਾਪਤ ਕਰਨਾ ਹੈ। ਉਹਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਹਰ ਮਨੁੱਖ ਮਾਤਰ ਲਈ ਇਹ ਸੰਦੇਸ਼ ਬਖਸ਼ਿਸ਼ ਕੀਤਾ ਹੈ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ। ਘੜੀਆਂ ਦਾ ਭਾਵ ਜੋ ਸਾਡੇ ਜੀਵਨ ਦਾ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਦਿਨ ਰਾਤ ਦੀਆਂ 64 ਘੜੀਆਂ ਹੁੰਦੀਆਂ ਨੇ
ਉਹ ਮਾਨੋ ਕਿ ਸਾਰੀਆਂ ਹੀ ਗੋਪੀਆਂ ਦਾ ਰੂਪ ਹਨ ਤੇ ਦਿਨ ਤੇ ਰਾਤ ਦੇ 8 ਪਹਿਰ ਹਨ। ਕੰਨ ਗੋਪਾਲ, ਕੱਲ ਵੀ ਮੈਂ ਬੇਨਤੀ ਕੀਤੀ ਸੀ ਕਿ ਇੱਕ ਲਫ਼ਜ਼ ਹੈ ਸੁਣ ਸੁਣ ਰੀਣੇ ਕੰਨ, ਕਿ ਮੇਰੇ ਕੰਨ ਸੁਣ ਸੁਣ ਕੇ ਬੋਲੇ ਹੋ ਗਏ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਲਫ਼ਜ਼ ਨੂੰ ਲਿਖਣ ਲੱਗਿਆਂ ਨੰਨੇ ਹੇਠਾਂ ਹਲੰਤ ਪਾ ਕੇ ਇਹ ਸੰਕੇਤ ਦਿੱਤਾ ਹੈ ਕਿ ਇਸ ਨੂੰ ਭਾਰਾ ਕਰਕੇ ਪੜ੍ਹਨਾ ਹੈ, ਉਚਾਰਨ ਕਰਨਾ ਹੈ, ਤਾਂ ਕਿ ਇਹ ਕਾਨ ਸ਼ਬਦ ਦੇ ਨੇੜੇ ਹੋ ਜਾਏ, ਕਿਉਂਕਿ ਇੱਥੇ ਇਹਦਾ ਅਰਥ ਹੀ ਕਾਨ ਤੋਂ ਹੈ, ਕ੍ਰਿਸ਼ਨ ਜੀ ਤੋਂ ਹੈ ਕਿ ਜੀਵਨ ਦੀਆਂ 64 ਘੜੀਆਂ ਜਿਹੜੀਆਂ ਸਾਨੂੰ ਪ੍ਰਾਪਤ ਹੋਈਆਂ ਨੇ ਉਹ ਮਾਨੋ ਕਿ ਗੋਪੀਆਂ ਦਾ ਰੂਪ ਹਨ। ਪਹਿਰ ਸਾਡੇ ਜੀਵਨ ਦੇ ਜੋ 8 ਸਾਨੂੰ ਪ੍ਰਾਪਤ ਹੋਏ ਹਨ ਉਹ ਕਾਨ ਜੀ ਦਾ ਰੂਪ ਹਨ, ਗੋਪਾਲ ਜੀ ਦਾ ਰੂਪ ਹਨ। ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ, ਜਿਵੇਂ ਉਹਨਾਂ ਗੋਪੀਆਂ ਨੇ ਗਹਿਣੇ ਪਹਿਨੇ ਹੋਏ ਹਨ, ਅਨੇਕਾਂ ਤਰ੍ਹਾਂ ਦਾ ਸਜਾਵਟ ਕੀਤੀ ਹੋਈ ਹੈ, ਸ਼ਿੰਗਾਰ ਕੀਤਾ ਹੋਇਆ ਹੈ, ਇਵੇਂ ਉਸ ਮਾਲਕ ਨੇ ਸਾਡੇ ਜੀਵਨ ਨੂੰ ਚਲਾਉਣ ਲਈ, ਸਾਡੇ ਸਵਾਸਾਂ ਦਾ ਪ੍ਰਬੰਧ ਕਰਨ ਲਈ ਸਾਨੂੰ ਹਵਾ ਬਖਸ਼ਿਸ਼ ਕੀਤੀ ਹੈ, ਸਾਡੀ ਜ਼ਿੰਦਗੀ ਜਿਉਣ ਲਈ, ਜੀਵਤ ਰੱਖਣ ਲਈ ਸਾਨੂੰ ਪਾਣੀ ਦੀ ਬਖਸ਼ਿਸ਼ ਕੀਤੀ ਹੈ, ਪ੍ਰਸ਼ਾਦਾ ਤਿਆਰ ਕਰਨ ਲਈ, ਰੋਸ਼ਨੀ ਵਾਸਤੇ, ਨਿੱਘ ਵਾਸਤੇ ਸਾਨੂੰ ਬੈਸੰਤਰ ਮੀਨ ਅੱਗ ਬਖਸ਼ਿਸ਼ ਕੀਤੀ ਹੈ। ਇਹ ਮਾਨੋ ਕਿ ਉਹਨਾਂ ਗੋਪੀਆਂ ਦੇ ਜਿਹੜੀਆਂ ਘੜੀਆਂ ਰੂਪ ਗੋਪੀਆਂ ਹਨ ਉਹਨਾਂ ਦੇ ਗਹਿਣੇ ਹਨ। ਚੰਦ ਸੂਰਜ ਅਵਤਾਰ, ਜਿਵੇਂ ਕ੍ਰਿਸ਼ਨ ਜੀ ਨੂੰ ਵੀ ਅਵਤਾਰੀ ਪੁਰਸ਼ ਮੰਨ ਕੇ, ਰਾਮਚੰਦਰ ਜੀ ਨੂੰ ਅਵਤਾਰੀ ਮਨੁੱਖ ਮੰਨ ਕੇ, ਭਗਵਾਨ ਮੰਨ ਕੇ ਉਹ ਲੋਕ ਪੂਜਾ ਕਰਦੇ ਹਨ। ਸਤਿਗੁਰੂ ਕਹਿੰਦੇ ਇਸ ਦੁਨਿਆਵੀ ਰਾਸ ਦੇ ਅੰਦਰ ਮਾਲਕ ਪ੍ਰਭੂ ਦੀ ਰਚਨਾ ਦੇ ਵਿੱਚ ਚੰਦ ਤੇ ਸੂਰਜ ਮਾਨੋ ਕਿ ਅਵਤਾਰ ਹਨ। ਗੁਰਮਤਿ ਵਿੱਚ ਅਵਤਾਰ ਦਾ ਭਾਵ ਉਤਰਨ ਵਾਲਾ, ਔਰ ਗੁਰਮਤਿ ਨੇ ਸਾਨੂੰ ਇਹ ਸੰਦੇਸ਼ ਦਿੱਤਾ ਹੈ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਸਿੱਖ ਸਿਧਾਂਤਾਂ ਦੇ ਅਨੁਸਾਰ ਕਿਸੇ ਵੀ ਅਵਤਾਰਵਾਦ ਦੀ ਪੂਜਾ ਨਹੀਂ ਕੀਤੀ ਜਾਂਦੀ, ਬਲਕਿ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਸੰਕੇਤ ਜਾਂ ਸੰਦੇਸ਼ ਬਖਸ਼ਿਸ਼ ਕੀਤੇ ਨੇ ਗੁਰਬਾਣੀ ਦੇ ਅੰਦਰ ਉਹ ਬੜੇ ਸਪਸ਼ਟ ਨੇ। ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। 10 ਅਵਤਾਰ ਰਾਜੇ ਹੋਏ ਵਰਤੇ, ਤਿੰਨ ਵੀ ਅੰਤ ਨਾ ਪਾਇਆ। ਨਾ ਹੀ ਕਿਸੇ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ। ਆਪ ਜੀ ਨੇ ਇਸ ਸ਼ਲੋਕ ਤੋਂ ਪਹਿਲੇ ਸ਼ਲੋਕ ਦੇ ਅੰਦਰ ਸਰਵਣ ਕੀਤਾ ਹੈ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਕਿ ਸੂਰਜ ਤੇ ਚੰਦਰਮਾ ਕਰੋੜਾਂ ਕੋ ਚੱਲਦੇ ਫਿਰਦੇ ਹਨ ਉਹਦੇ ਹੁਕਮ ਦੇ ਵਿੱਚ। ਇਸ ਲਈ ਜਿਸ ਮਾਲਕ ਦੀ ਇਹ ਪੈਦਾਇਸ਼ ਹੈ, ਜਿਸ ਦੀ ਇਹ ਰਚਨਾ ਹੈ, ਜਿਹਦੇ ਹੁਕਮ ਦੇ ਵਿੱਚ ਇਹ ਘੁੰਮਦੇ ਫਿਰਦੇ ਨੇ, ਅਸੀਂ ਉਸ ਅਕਾਲ ਪੁਰਖ ਦੀ ਪੂਜਾ ਹੀ ਕਰਨੀ ਹੈ। ਜਿਵੇਂ ਜਾਪ ਸਾਹਿਬ ਜੀ ਦੇ ਅੰਦਰ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਇੰਦਰ ਇੰਦਰੇ। ਭਾਨ ਦਾ ਅਰਥ ਵੀ ਸੂਰਜ ਹੈ, ਕਿ ਜੋ ਸੂਰਜਾਂ ਦਾ ਸੂਰਜ ਜੋ ਪ੍ਰਕਾਸ਼ ਸੂਰਜ ਨੂੰ ਵੀ ਬਖਸ਼ਿਸ਼ ਕਰ ਰਿਹਾ ਹੈ, ਜਿਹਦੀ ਬਦੌਲਤ ਚੰਦਰਮਾ ਚਮਕਦਾ ਹੈ, ਇਹ ਸਾਰਾ ਉਸ ਪਰਮਾਤਮਾ ਦੀ ਪੂਜਾ ਕਰਨੀ ਹੈ, ਨਾ ਕਿ ਕਿਸੇ ਚੰਦਰਮੇ ਦੀ, ਕਿਸੇ ਸੂਰਜ ਦੀ, ਕਿਸੇ ਅਵਤਾਰ ਦੀ। ਪਰ ਇਸ ਪੈ ਰਹੀ ਰਾਸ ਦੇ ਅੰਦਰ ਸਤਿਗੁਰੂ ਕਹਿੰਦੇ ਚੰਦਰਮਾ ਤੇ ਸੂਰਜ ਦੋਨੋਂ ਅਵਤਾਰ ਹਨ। ਸਗਲੀ ਧਰਤੀ ਮਾਲ ਧਨ, ਸਾਰੀ ਧਰਤੀ ਇਹਦੇ ਉੱਤੋਂ ਜਿਵੇਂ ਰਾਸ ਪਾਉਣ ਵੇਲੇ ਜਾਂ ਉਹਨਾਂ ਰਾਜੇ ਮਹਾਰਾਜਿਆਂ ਦੇ ਕੋਲ ਵਰਤੋਂ ਵਿਹਾਰ ਵਾਸਤੇ ਮਾਲ ਧਨ ਹੈ, ਕਿਉਂਕਿ ਧਰਤੀ ਅਨੇਕਾਂ ਤਰ੍ਹਾਂ ਦੇ ਪਦਾਰਥ ਪੈਦਾ ਕਰਦੀ ਹੈ। ਧਰਤੀ ਤੋਂ ਜੋ ਉਤਪਜ ਖਾਣੀ ਜਿਹਨੂੰ ਕਿਹਾ ਜਾਂਦਾ ਹੈ, ਦਰਖਤਾਂ ਰਾਹੀਂ ਸਾਨੂੰ ਫਲ ਪ੍ਰਾਪਤ ਹੁੰਦੇ ਹਨ, ਛਾਂ ਪ੍ਰਾਪਤ ਹੁੰਦੀ ਹੈ, ਔਰ ਆਕਸੀਜਨ ਵੀ ਦਰਖਤਾਂ ਦੀ ਰਾਹੀਂ ਹੀ ਪ੍ਰਾਪਤ ਹੁੰਦੀ ਹੈ, ਫਸਲਾਂ ਰਾਹੀਂ ਸਾਨੂੰ ਅੰਨ ਪ੍ਰਾਪਤ ਹੁੰਦਾ ਹੈ। ਹੀਰੇ ਜਵਾਹਰਾਤ ਜਿੰਨਾ ਕੁਝ ਵੀ ਪ੍ਰਾਪਤ ਹੋ ਰਿਹਾ ਧਰਤੀ ਤੋਂ ਪ੍ਰਾਪਤ ਹੋ ਰਿਹਾ ਹੈ। ਪੈਟਰੋਲ ਡੀਜ਼ਲ ਇਹ ਧਰਤੀ ਤੋਂ ਪ੍ਰਾਪਤ ਹੋ ਰਿਹਾ ਹੈ। ਹੋਰ ਕਿੰਨੇ ਖਣਿਜ ਪਦਾਰਥ ਧਰਤੀ ਤੋਂ ਪ੍ਰਾਪਤ ਹੋ ਰਹੇ ਹਨ। ਸਤਿਗੁਰੂ ਕਹਿੰਦੇ ਇਸ ਕਰਕੇ ਇਸ ਰਾਸ ਦੇ ਵਿੱਚ ਇਹ ਧਰਤੀ ਮਾਨੋ ਕਿ ਮਾਲ ਧਨ ਦਾ ਰੂਪ ਹੈ। ਬਰਤਨ ਸਰਬ ਜੰਜਾਲ, ਅਤੇ ਬਰਤਨ ਦਾ ਭਾਵ ਜੋ ਸਮੱਗਰੀ ਹੈ, ਜੰਜਾਲ ਮੀਨ ਜੋ ਧੰਦਾ ਕਰਦੇ ਹਾਂ ਅਸੀਂ, ਇਹ ਸਾਡੀ ਵਰਤੋਂ ਵਿਹਾਰ ਉਸ ਰਾਸਤੇ ਵਿੱਚ ਹੋ ਰਹੀ ਹੈ। ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ।
ਸਤਿਗੁਰੂ ਕਹਿੰਦੇ, ਹੈ ਨਾਨਕ, ਜਦੋਂ ਮੈਂ ਸ੍ਰਿਸ਼ਟੀ ਦੀ ਰਚਨਾ ਨੂੰ ਵੇਖਦਾ ਹਾਂ, ਇਹਦੇ ਅੰਦਰ ਅਗਿਆਨਤਾ ਦੇ ਕਾਰਨ ਜੋ ਇੱਥੋਂ ਦੀ ਰਾਸ ਪਾਉਣ ਵਾਲੀ ਪਰਜਾ ਹੈ, ਜੋ ਜੀਵ ਰੂਪੀ ਗੋਪੀਆਂ ਹਨ, ਇਹ ਸਾਰੇ ਦੇ ਸਾਰੇ ਜਿਹੜੇ ਨੇ ਗਿਆਨ ਤੋਂ ਵਿਹੂਣਾ ਵਿਕਾਰਾਂ ਕਰਕੇ ਲੁੱਟੇ ਜਾ ਰਹੇ ਹਨ। ਕਿਤੇ ਕਾਮ ਲੁੱਟ ਰਿਹਾ ਹੈ, ਕਿਤੇ ਕ੍ਰੋਧ ਦੀ ਲੁੱਟ ਮਚੀ ਹੋਈ ਹੈ, ਕਿਤੇ ਲੋਭ ਮੋਹ ਹੰਕਾਰ ਦੀ ਲੁੱਟ ਹੋ ਰਹੀ ਹੈ, ਕਿਤੇ ਕਿਸੇ ਤਰ੍ਹਾਂ ਦੀ ਹੋਰ ਕਰਪਸ਼ਨ ਹੋ ਰਹੀ ਹੈ। ਲੇਕਿਨ ਗਿਆਨ ਤੋਂ ਵਿਹੂਣਾ ਹੋਣ ਕਰਕੇ ਹੈ। ਕੱਲ ਵੀ ਦਾਸ ਨੇ ਵਿਸਥਾਰ ਵਿੱਚ ਜ਼ਿਕਰ ਕੀਤਾ ਸੀ ਕਿ ਧਰਮ ਦੀ ਹੋਂਦ ਉੱਥੇ ਹੀ ਰਹਿ ਸਕਦੀ ਜਿੱਥੇ ਗਿਆਨ ਹੋਵੇ, ਕਿਉਂਕਿ ਗਿਆਨ ਤੋਂ ਬਿਨਾਂ ਧਰਮ ਦਾ ਬਚਾਅ ਨਹੀਂ ਹੋ ਸਕਦਾ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਸਿਧਾਂਤਾਂ ਵਿੱਚ, ਭਾਈ ਗੁਰਦਾਸ ਸਾਹਿਬ ਜੀ ਦੇ ਸਿਧਾਂਤਾਂ ਵਿੱਚ, ਪਰਜਾ ਅੰਧੀ ਗਿਆਨ ਬਿਨ ਕੂੜ ਕਸਤ ਮੁਖੋਂ ਅਲਾਈ, ਇਸ ਲਈ ਸਤਿਗੁਰੂ ਜੀ ਨੇ ਗਿਆਨ ਦੀ ਬਖਸ਼ਿਸ਼ ਕੀਤੀ ਗੁਰਬਾਣੀ ਰਾਹੀਂ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਤੇ ਜਦੋਂ ਇਹ ਗਿਆਨ ਤੋਂ ਸਖਣੀ ਹੋ ਕੇ ਜ਼ਿੰਦਗੀ ਬਤੀਤ ਕਰਦੀ ਹੈ ਸ੍ਰਿਸ਼ਟੀ ਜਾਂ ਲੋਕਾਈ ਜਾਂ ਇੱਥੋਂ ਦੇ ਲੋਕ, ਸੰਸਾਰੀ ਜੀਵ, ਉਹ ਮਾਨੋ ਕਿ ਗਿਆਨ ਤੋਂ ਵਿਹੂਣੇ ਹੋਣ ਕਰਕੇ ਲੁੱਟੇ ਜਾ ਰਹੇ ਹਨ। ਖਾਏ ਗਿਆ ਜਮਕਾਲ, ਜਮਕਾਲ ਦਾ ਭਾਵ ਹੈ ਮੌਤ ਰੂਪੀ ਜਮ ਜੋ ਹੈ ਇਸ ਨੂੰ ਖਾ ਰਿਹਾ ਹੈ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਇਹ ਸਾਡੇ ਜੀਵਨ ਦੇ ਵਿੱਚ ਰਾਸ ਪੈ ਰਹੀ ਹੈ, ਰੱਬੀ ਰਾਸ ਦੀ ਗੱਲਬਾਤ ਚੱਲ ਰਹੀ ਹੈ। ਔਰ ਇਹਨਾਂ ਰਾਸਧਾਰੀਆਂ ਦੀ ਜਿਹੜੀ ਰਾਸ ਲੀਲਾ ਹੈ ਉਹਦੇ ਅੰਦਰ ਕਿਹੜੇ ਕਿਹੜੇ ਉਪੱਦਰ ਹੋ ਰਹੇ ਨੇ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਕਿ ਜਿਹਨੂੰ ਅਸੀਂ ਕਲਯੁਗ ਕਹਿੰਦੇ ਹਾਂ। ਕਲਯੁਗ ਕੀ ਹੈ? ਜਿੱਥੇ ਸਾਰਾ ਕੁਝ ਉਲਟ ਪੁਲਟ ਹੋ ਗਿਆ ਹੋਵੇ, ਜਿੱਥੇ ਵਿਗਾੜ ਪੈ ਗਿਆ ਹੋਵੇ, ਜਿੱਥੇ ਕਿਸੇ ਤੇ ਜ਼ੁਲਮ ਹੁੰਦਾ ਹੋਵੇ। ਜਿਹੜੇ ਧਾਰਮਿਕ ਆਗੂ ਨੇ, ਰਾਜਨੀਤਿਕ ਆਗੂ ਨੇ, ਅਰਥ ਸ਼ਾਸਤਰੀ ਨੇ, ਸਮਾਜਿਕ ਆਗੂ ਨੇ, ਹੋਵੇ ਪਰਵਾਣਾ ਕਰੇ ਤਿਗਾਣਾ ਕਲ ਲਖਣ ਵਿਚਾਰ, मीठे को कौड़ा कह कड़ुए को मीठा, राते की निंदा करे ऐसा कल मैं डीठा। ਜਦੋਂ ਕੌੜੇ ਨੂੰ ਮਿੱਠਾ ਸਮਝਿਆ ਜਾਏ, ਮਿੱਠੇ ਨੂੰ ਕੌੜਾ ਸਮਝਿਆ ਜਾਏ, ਜੇ ਕੋਈ ਰੱਬ ਵਿੱਚ ਰਤਿਆ ਹੋਵੇ ਤੇ ਉਹਦੀ ਕੋਈ ਨਿੰਦਿਆ ਚੁਗਲੀ ਕਰੇ, ਉਹਨੂੰ ਮੰਦਾ ਚੰਗਾ ਆਖੇ, ਤੇ ਸਤਿਗੁਰੂ ਕਹਿੰਦੇ ਇਹ ਸਾਰੀਆਂ ਕਲਯੁਗ ਦੀਆਂ ਨਿਸ਼ਾਨੀਆਂ ਨੇ। ਸੋਚ ਦੇ ਕਰਕੇ ਕਲਯੁਗ ਕਿਵੇਂ ਵਰਤਦਾ ਹੈ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਉਸ ਹੋਂਦ ਦੀ ਜਦੋਂ ਗੱਲ ਕੀਤੀ ਹੈ, ਉਸ ਵਾਤਾਵਰਨ ਦੀ ਗੱਲ ਕੀਤੀ ਹੈ, ਕਹਿੰਦੇ ਵੀ ਇੰਨਾ ਵਿਗਾੜ ਆ ਚੁੱਕਾ ਜੀਵਨ ਦੇ ਵਿੱਚ, ਸੋਚ ਦੇ ਅੰਦਰ, ਕਿ ਚੇਲੇ ਸਾਜ ਬਜਾਏਂਦੇ ਨੱਚਣ ਗੁਰੂ ਬਹੁਤ ਵਿਦ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਿਨਾੜੇ ਜਾਈ। ਜਦੋਂ ਧਰਮ ਦੇ ਅੰਦਰ ਵਿਗਾੜ ਪੈ ਗਿਆ, ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਰਾਜਨੀਤਿਕ ਤੌਰ ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੇਖਿਆ, ਕਲ ਕਾਤੀ ਰਾਜੇ ਕਸਾਈ, ਧਰਮ ਪੰਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ, ਕਹਿ ਚੜਿਆ ਹਉ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ। ਫਿਰ ਸਮਾਜ ਵੱਲ ਝਾਤ ਮਾਰ ਕੇ ਵੇਖੀ ਸਤਿਗੁਰੂ ਜੀ ਨੇ, ਤੇ ਸਮਾਜ ਜਿਹੜਾ ਸੀ ਅੰਧੀ ਰਹਿਤ ਗਿਆਨ ਵਿਹੂਣੀ ਪਾਹੇ ਪਰੇ ਮੁਰਦਾਰ, ਪਰਜਾ ਅੰਧੀ ਗਿਆਨ ਬਿਨ ਕੂੜ ਕਸਤ ਮੁਖੋਂ ਅਲਾਈ। ਜਦੋਂ ਅਰਥ ਸ਼ਾਸਤਰ ਵੱਲ ਸਤਿਗੁਰੂ ਜੀ ਨੇ ਧਿਆਨ ਮਾਰ ਕੇ ਵੇਖਿਆ, ਉਹਦੇ ਅੰਦਰ ਇੰਨੀ ਗਿਰਾਵਟ ਆ ਚੁੱਕੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਐਮਨਾਬਾਦ ਦੇ ਵਿੱਚ ਲੋਕਾਂ ਦੇ ਹਾਲਾਤ ਵੇਖੇ, ਤੇ ਆਪ ਜੀ ਨੇ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਜਿਹੜੇ ਲੋਕ ਚੰਗੀਆਂ ਪੁਸ਼ਾਕਾਂ ਪਹਿਨਣ ਵਾਲੇ ਸਨ, ਮੋਤੀਆਂ ਦਾ ਮਲਾਵਾ ਪਹਿਨਣ ਵਾਲੇ ਸਨ, ਹਾਥੀਆਂ ਦੀ ਦੰਦ ਖੰਡ ਕੀਤੇ ਰਾਸ ਪਾਲਕੀਆਂ ਦੀ ਸਵਾਰੀ ਕਰਨ ਵਾਲੇ ਸਨ, ਹਾਥੀ ਘੋੜਿਆਂ ਤੇ ਚੜ੍ਹਨ ਵਾਲੇ ਸਨ, ਜਿਹੜੇ ਆਪਣੀ ਐਸ਼ੋ ਇਸ਼ਰਤ ਕਰ ਰਹੇ ਸਨ। ਔਰ ਜਦੋਂ ਪਾਲਕੀ 'ਚ ਬੈਠਣਾ ਉੱਠਣਾ, ਲੱਖਾਂ ਲੱਖਾਂ ਰੁਪਏ ਉਹਨਾਂ ਦੀ ਝੋਲੀ ਵਿੱਚ ਸ਼ਗਨ ਪੈਣੇ। ਲੇਕਿਨ ਸਤਿਗੁਰੂ ਕਹਿੰਦੇ ਅੱਜ ਮੈਂ ਉਹਨਾਂ ਦੀ ਹਾਲਾਤ ਵੇਖਦਾ ਹਾਂ, ਸ਼ਾਹਾਂ ਸੁਰਤ ਗਵਾਈਆ ਰੰਗ ਤਮਾਸ਼ਾ ਚਾਏ, ਬਾਬਰ ਬਾਣੀ ਫਿਰ ਗਏ ਕੋਇਰ ਨਾ ਰੋਟੀ ਖਾਏ। ਅੱਜ ਆਰਥਿਕ ਤੌਰ ਤੇ ਵੀ ਇੰਨੀ ਮੰਦੀ ਆ ਚੁੱਕੀ ਉਹਨਾਂ ਦੇ ਜੀਵਨ ਦੇ ਵਿੱਚ। ਕੋਇਰਮੀ ਜਿਹੜੇ ਰਾਜਕੁਮਾਰ ਨੇ ਉਹ ਵੀ ਅੱਜ ਰੋਟੀ ਦੇ ਅੱਧੇ ਦੇ ਟੁਕੜੇ ਨੂੰ ਤਰਸ ਰਹੇ। ਸਤਿਗੁਰੂ ਕਹਿੰਦੇ ਇਹੋ ਜਿਹਾ ਮਾਹੌਲ ਕ੍ਰੀਏਟ ਹੋ ਚੁੱਕਾ ਹੈ, ਵਾਤਾਵਰਨ ਬਣ ਚੁੱਕਾ ਹੈ। ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਉਸ ਵਾਤਾਵਰਨ ਨੂੰ ਹੀ ਸਾਡੇ ਸਾਹਮਣੇ ਦ੍ਰਿਸ਼ਮਾਨ ਕੀਤਾ ਹੈ। ਮਹਿਲਾ ਪਹਿਲਾ, ਬਾਇਨ ਚੇਲੇ।
ਬਾਇਨ ਦਾ ਅਰਥ ਹੈ ਵਜਾਉਂਦੇ ਹਨ, ਚੇਲੇ ਦਾ ਅਰਥ ਹੈ ਸੇਵਕ ਜਿਨ੍ਹਾਂ ਨੇ ਸਿੱਖਿਆ ਪ੍ਰਾਪਤ ਕਰਨੀ ਹੋਵੇ। ਨੱਚਣ ਗੁਰ ਤੇ ਗੁਰੂ ਨੱਚਦੇ ਹਨ, ਭਾਵ ਚੇਲਿਆਂ ਦੇ ਇਸ਼ਾਰਿਆਂ ਦੇ ਉੱਤੇ ਗੁਰੂ ਨਾਚ ਕਰਦੇ ਨੇ। ਜਿਵੇਂ ਆਪਾਂ ਕਹਿੰਦੇ ਨਾ ਵੀ ਫਲਾਣਾ ਬੰਦਾ ਉਹਦੀ ਉਂਗਲੀ ਤੇ ਨੱਚ ਰਿਹਾ ਹੈ, ਉਹਦੇ ਇਸ਼ਾਰਿਆਂ ਤੇ ਨੱਚ ਰਿਹਾ ਹੈ। ਚੇਲਿਆਂ ਅੰਦਰ ਵੀ ਸਵਾਰਥ ਹੈ ਕਿ ਸਾਨੂੰ ਕੁਝ ਕਰਨਾ ਨਾ ਪਵੇ, ਸਾਡੇ ਬੈਠਿਆਂ ਬਿਠਾਇਆਂ ਹੀ ਸਾਨੂੰ ਮੁਕਤੀ ਪ੍ਰਾਪਤ ਹੋਵੇ, ਨਾਮ ਦੀ ਪ੍ਰਾਪਤੀ ਹੋਵੇ। ਤੇ ਗੁਰੂ ਉਹਨਾਂ ਨੂੰ ਧਨ ਪ੍ਰਾਪਤ ਹੁੰਦਾ ਆਪਣੇ ਚੇਲਿਆਂ ਤੋਂ, ਹੋਰ ਐਸ਼ੋ ਇਸ਼ਰਤ ਪ੍ਰਾਪਤ ਹੁੰਦੀ ਹੈ, ਸਾਧਨ ਪ੍ਰਾਪਤ ਹੁੰਦੇ ਹਨ। ਇਸ ਕਰਕੇ ਉਸ ਤਰ੍ਹਾਂ ਦੀ ਮਰਜ਼ਾਦਾ ਉਹ ਬਣਾ ਲੈਂਦੇ ਨੇ ਜਿਹੋ ਜਿਹੇ ਚੇਲੇ ਚਾਹੁੰਦੇ ਹੋਣ। ਸੱਚ ਦੀ ਮਰਜ਼ਾਦਾ ਨੂੰ ਉਹ ਅਲੋਪ ਕਰ ਦਿੰਦੇ ਹਨ। ਜਿਵੇਂ ਸਾਡੇ ਸਿੱਖ ਸਮਾਜ ਦੇ ਵਿੱਚ ਵੀ ਹੁਣ ਆਈ ਹੋਈ ਗਿਰਾਵਟ ਦੇ ਕਾਰਨ ਜੋ ਪੰਥ ਪ੍ਰਵਾਨਿਤ ਰਹਿਤ ਮਰਜ਼ਾਦਾ ਹੈ, ਜੋ ਪੰਥ ਨੇ ਬਹੁਤ ਘਾਲਣਾ ਲਾ ਕੇ 15 ਸਾਲ ਲਾ ਕੇ ਬਾਰ-ਬਾਰ ਸੋਚ ਵਿਚਾਰ ਕੇ ਵਿਦਵਾਨਾਂ ਨੇ ਗੁਰਬਾਣੀ ਨੂੰ ਵਿਚਾਰ ਕੇ ਰਿੜਕ ਕੇ ਉਹ ਤਿਆਰ ਕੀਤੀ ਹੈ। ਲੇਕਿਨ ਅਸੀਂ ਆਪਣੇ ਸਵਾਰਥ ਲਈ ਉਸ ਨੂੰ ਪਾਸੇ ਕਰਕੇ ਕਿ ਸਾਡੇ ਹੱਥੋਂ ਗਾਹਕ ਨਾ ਨਿਕਲ ਜਾਏ, ਪਾਠ ਨਾ ਨਿਕਲ ਜਾਏ, ਤਾਂ ਕਿ ਸਾਡਾ ਭੇਟਾ ਦਾ ਨੁਕਸਾਨ ਨਾ ਹੋਵੇ, ਮਾਇਆ ਦਾ ਨੁਕਸਾਨ ਨਾ ਹੋਵੇ, ਅਸੀਂ ਉਸ ਤਰ੍ਹਾਂ ਕਰਦੇ ਹਾਂ ਜਿਵੇਂ ਅਗਲਾ ਆਖ ਰਿਹਾ ਹੋਵੇ। ਜਦ ਕਿ ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਪ੍ਰਚਾਰਕ ਦੇ ਤੌਰ ਤੇ, ਪ੍ਰਬੰਧਕ ਦੇ ਤੌਰ ਤੇ, ਕਿ ਅਸੀਂ ਸੰਸਾਰ ਨੂੰ ਜਾਂ ਸਿੱਖ ਸਿਧਾਂਤਾਂ ਨੂੰ ਆਪਣੇ ਜੋ ਸਾਡੇ ਸਿੱਖ ਹਨ, ਗੁਰੂ ਨਾਨਕ ਦੇ ਅਨੁਯਾਈ ਹਨ, ਗੁਰੂ ਨਾਨਕ ਨਾਮ ਲੇਵਾ ਹਨ, ਉਹਨਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ, ਜਿਵੇਂ ਸਾਰੇ ਗੁਰੂ ਸਾਹਿਬਾਨ ਨੇ ਕਦੇ ਵੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ, ਇਵੇਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਗੁਰੂ ਕੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਸਮਝੀਏ ਔਰ ਗੁਰੂ ਸਾਹਿਬ ਜੀ ਦੇ ਉਹ ਪਾਵਨ ਬਚਨ ਇਤ ਮਾਰਗ ਚੱਲਣੇ ਭਾਈ ਅੜੇ, ਗੁਰ ਕਹੈ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ, ਇਉਂ ਪਾਵੇਂ ਹਰ ਦਰਸਾਵੜਾ ਨਾ ਲੱਗੇ ਤਤੀ ਬਾਉ ਜੀਓ। ਇਹਨਾਂ ਸਿਧਾਂਤਾਂ ਨੂੰ ਅਪਣਾਈਏ ਔਰ ਜੀਵਨ ਔਰ ਸਿੱਖ ਸਿਧਾਂਤ, ਸਿੱਖ ਧਰਮ ਦੇ ਅੰਦਰ ਇੱਕ ਸਾਰਤਾ ਲਿਆਉਣ ਵਾਸਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਜ਼ਾਦਾ ਨੂੰ ਹਰ ਥਾਂ ਦੇ ਉੱਤੇ, ਹਰ ਗੁਰਦੁਆਰੇ ਅੰਦਰ, ਹਰ ਘਰ ਅੰਦਰ ਲਾਗੂ ਕੀਤਾ ਜਾਏ, ਤਾਂ ਕਿ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਸਾਨੂੰ ਪ੍ਰਾਪਤ ਹੋ ਸਕੇ। ਸਤਿਗੁਰੂ ਕਹਿੰਦੇ ਇਹ ਹਾਲਾਤ ਬਣ ਚੁੱਕੇ ਨੇ ਕਿ ਚੇਲੇ ਸਾਜ਼ ਵਜਾਉਂਦੇ ਨੇ ਔਰ ਗੁਰੂ ਉਹਨਾਂ ਦੇ ਇਸ਼ਾਰਿਆਂ ਤੇ ਨੱਚਦੇ ਨੇ। ਚੇਲੇ ਸਾਜ਼ ਵਜਾਏਂਦੇ ਨੱਚਣ ਗੁਰੂ ਬਹੁਤ ਵਿਦ ਭਾਈ, ਪੈਰ ਹਲਾਇਨ ਫੇਰਨ ਸਿਰ। ਔਰ ਉਹ ਨੱਚਦੇ ਹੋਏ ਜਿਵੇਂ ਕੋਈ ਬੰਦਾ ਪੈਰ ਚੁੱਕ ਕੇ ਨੱਚਦਾ ਹੈ, ਪੈਰ ਹਿਲਾਉਂਦਾ ਹੈ। ਫੇਰਨ ਸਿਰ, ਸਿਰ ਨੂੰ ਫੇਰਦੇ ਹਨ, ਭਾਵ ਉਹ ਭੁਆਟਣੀਆਂ ਲੈਂਦੇ ਨੇ ਨਾਚ ਕਰਦੇ ਹੋਏ, ਮਾਇਆ ਦੀ ਖਾਤਰ ਨੱਚਦੇ ਨੇ। ਮਾਟੀ ਕੋ ਪੁਤਰਾ ਕੈਸੇ ਨੱਚਤੇ ਹੈ, ਦੇਖੈ ਦੇਖੈ ਬੋਲੇ ਸੁਣੇ ਦੌਰਿਓ ਫਿਰਤ ਹੈ, जब कश पावत तब गर्भ करत है, माया गई तब रोवन लगत है। और इस हालात के अंदर उड उड रावा झाटे पाए। रावा का अर्थ है मिट्टी, कट्टा, धूड़ी। ये उड उड के झाटे पाए का अर्थ है उन्होंने केसां विच, सिर विच पै रही है। हुण देखो ना, किसी बंदे के सिर च सुआह पै रही होवे, ये निरादरी भरिया वचन है, निरादरी का सूचक है कि अपनी इज्जत नूं आप ही किवें खुआर कर रहे हो। बायन चेले नचन गुर, पैर हलायन फेरन सिर, उड उड रावा झाटे पाए, वेखै लोक हसै कर जाए। इस तरह लोक वेखदा है, संसार वेखदा उन्हां दे ये कारनामे, हसै कर जाए ते घर जाके हसदे ने। वो कहंदे ने ये धार्मिक आगू भी साडे वर्गे ने, जिवें असीं कोई धंधा करदे हां, जिवें असीं कोई किरत करदे हां, ये भी इसे तरह धंधा ही करदे ने। रोटियां कारण पूरे ताल, रोटियां कारण का भाव रोटी की खातर, रोजी की खातर, रिजक की खातर वो ताल पूरदे ने। हुण देखो ना, जे धार्मिकता जिहड़ी है वो भी रोटियां की खातर ही होवे ते बाकी काम भी रोटी की खातर होवे। कबीर जी ने इसे करके जदों किसी पुजारी के सामने गल की, कहण लगे तुसीं मेरे ते विश्वास नहीं करोगे क्योंकि मैं छोटी जात दा हां, पर मैं ये बेनती करनी चाहुंदा हां कि तुसीं मैनूं जुलाहा कह के दुरकारदे हो, पर कदी सोचिया रब किड्डा बड़ा जुलाहा जिसने सारे संसार का ताना तणिया है। कोरी को काहू मर्म ना जानना, सब जग आन तनायो ताना। फिर कह लगे तुसीं
ਆਪਣੀ ਜ਼ਿੰਦਗੀ 'ਚ ਆਪਣੇ ਆਪ ਨੂੰ ਉੱਚਾ ਇਸ ਕਰਕੇ ਸਮਝਦੇ ਹੋ ਕਿ ਤੁਸੀਂ ਆਪਣੇ ਗਲ ਵਿੱਚ ਜਨੇਊ ਪਾਇਆ ਹੋਇਆ, ਕਿਉਂਕਿ ਮੈਨੂੰ ਸ਼ਾਸਤਰਾਂ ਨੇ, ਮਨੁ ਸਿਮਰਤੀ ਨੇ ਜਾਂ ਹੋਰ ਸਿਧਾਂਤਾਂ ਨੇ ਮੈਨੂੰ ਹੱਕ ਨਹੀਂ ਦਿੱਤਾ ਕਿ ਮੈਂ ਜਨੇਊ ਪਾ ਸਕਾਂ। ਜਿਹੜੇ ਪਾਉਂਦੇ ਨੇ ਉਹਨਾਂ ਦਾ ਵੀ ਅਲੱਗ-ਅਲੱਗ ਕਿਸਮ ਦਾ ਜਨੇਊ ਹੈ, ਇੱਕ ਸਾਰਤਾ ਨਹੀਂ। ਇਸ ਲਈ ਤੁਸੀਂ ਮੈਨੂੰ ਨੀਵਾਂ ਕਹਿੰਦੇ ਹੋ, ਪਰ ਜਿਸ ਜਨੇਊ ਨੂੰ ਪਾ ਕੇ ਤੁਸੀਂ ਵੱਡੇ ਬਣੇ ਹੋ ਉਹ ਜਨੇਊ ਮੇਰੇ ਘਰ ਵੱਟਿਆ ਗਿਆ ਹੈ। ਔਰ ਜੇ ਤੁਸੀਂ ਇੱਕ ਧਾਗਾ ਪਾ ਕੇ ਆਪਣੇ ਆਪ ਨੂੰ ਕੋਈ ਮਨੁੱਖ ਉੱਚਾ ਸਮਝਦਾ ਹੈ ਤਾਂ ਇਹੋ ਜਿਹੇ ਧਾਗਿਆਂ ਦੀਆਂ ਪੰਡਾਂ ਮੇਰੇ ਘਰ ਬੰਨੀਆਂ ਪਈਆਂ ਨੇ, ਬੰਡਲ ਦੇ ਬੰਡਲ ਪਏ ਨੇ। ਹਮ ਕਰ ਸੂਤ ਤਨੈ ਨਿਤ ਤਾਨਾ, ਕੰਠ ਜਨੇਊ ਤੁਮਾਰੇ, ਤੁਮ ਤਾਂ ਪੜੋ ਵੇਦ ਗਾਇਤਰੀ, ਗੋਬਿੰਦ ਹਿਰਦੈ ਹਮਾਰੇ। ਤੁਸੀਂ ਕੇਵਲ ਵੇਦ ਗਾਇਤਰੀ ਪੜ੍ਹਦੇ ਹੋ, ਕਾਹਦੇ ਕਰਕੇ ਪੜ੍ਹਦੇ ਹੋ? ਰੋਟੀਆਂ ਕਾਰਨ ਪੂਰੈ ਤਾਲ, ਇਸ ਕਰਕੇ ਪੜ੍ਹਦੇ। ਤੁਹਾਡਾ ਮਕਸਦ ਇਹ ਹੈ। ਉਤਨੀ ਦੇਰ ਨੂੰ ਮੈਂ ਗੋਬਿੰਦ ਹਿਰਦੈ ਹਮਾਰੇ, ਮੈਂ ਹਰ ਪਲ, ਹਰ ਘੜੀ, ਹਰ ਪਹਿਰ ਆਪਣੇ ਉਸ ਗੋਬਿੰਦ ਦਾ ਧਿਆਨ ਧਰਦਾ ਹਾਂ। ਮੈਨੂੰ ਉਸ ਗੋਬਿੰਦ ਤੋਂ ਬਿਨਾ ਹੋਰ ਕੁਝ ਨਜ਼ਰ ਨਹੀਂ ਆ ਰਿਹਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਾਹ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਫਿਰ ਦੂਸਰੀ ਗੱਲ, ਜੇ ਤੁਸੀਂ ਸ਼ਾਸਤਰ ਪੜ੍ਹਦੇ ਹੋ ਰੋਟੀਆਂ ਕਾਰਨ ਪੂਰੈ ਤਾਲ, ਤੇ ਮੈਂ ਉਤਨੀ ਦੇਰ ਜੁਲਾਹੇ ਦਾ ਕੰਮ ਕਰਕੇ, ਕਿਰਤ ਕਰਕੇ, ਤਾਣਾ ਤਣ ਕੇ ਆਪਣੀ ਰੋਟੀ ਕਮਾਉਂਦਾ ਹਾਂ। ਮੈਂ ਰੋਟੀ ਕਮਾਉਣ ਵਾਸਤੇ ਤਾਣਾ ਤਣਦਾ ਹਾਂ, ਤੁਸੀਂ ਰੋਟੀ ਕਮਾਉਣ ਵਾਸਤੇ ਸ਼ਾਸਤਰਾਂ ਦਾ ਪਾਠ ਕਰਦੇ ਹੋ, ਵੇਦਾਂ ਦਾ ਪਾਠ ਕਰਦੇ ਹੋ, ਕੋਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ। ਤੇ ਮੇਰੇ ਤਣੇ ਹੋਏ ਤਾਣੇ ਵਿੱਚ ਤੇ ਤੁਹਾਡੇ ਕੀਤੇ ਪਾਠ ਵਿੱਚ, ਅਧਿਐਨ ਵਿੱਚ ਕੀ ਫਰਕ ਹੈ? ਕਿਉਂਕਿ ਅਸੀਂ ਦੋਨੋਂ ਹੀ ਤਾਂ ਇੱਕ ਥਾਂ ਤੇ ਖੜੇ ਹਾਂ। ਰੋਟੀਆਂ ਕਾਰਨ ਪੂਰੈ ਤਾਲ, ਆਪ ਪਛਾੜੈ ਧਰਤੀ ਨਾਲ। ਇਸ ਕਰਕੇ ਗੁਰਮਤ ਨੂੰ, ਧਰਮ ਨੂੰ, ਗੁਰੂ ਕੇ ਸਿਧਾਂਤਾਂ ਨੂੰ ਕਦੀ ਵੀ ਕਮਰਸ਼ਲਾਈਜ਼ ਕਰਕੇ ਵਪਾਰਕ ਨੀਤੀ ਨਾਲ ਨਹੀਂ ਕਰਨਾ ਚਾਹੀਦਾ ਕਿ ਸਾਨੂੰ ਇਹਦੇ ਵਿੱਚੋਂ ਕਿੰਨਾ ਲਾਭ ਪ੍ਰਾਪਤ ਹੋ ਰਿਹਾ ਹੈ। ਕੋਈ ਨਾਰਾਜ਼ ਹੋ ਰਿਹਾ, ਕੋਈ ਖੁਸ਼ ਹੋ ਰਿਹਾ। ਅੱਜ ਵਪਾਰਕ ਨੀਤੀ ਨਾਲ ਅਸੀਂ ਸਾਰਾ ਕੁਝ ਕਰਦੇ ਹਾਂ। ਇੱਥੋਂ ਤੱਕ ਆਖ ਜਾਂਦੇ ਹਾਂ ਕਿ ਦੇਖੋ ਜੀ ਸਾਡਾ ਇਹ ਗੁਰਦੁਆਰਾ ਬਹੁਤ ਚੰਗੀ ਤਰ੍ਹਾਂ ਚੱਲ ਰਿਹਾ ਹੈ, ਜਿਵੇਂ ਕੋਈ ਦੁਕਾਨ ਚੱਲਦੀ ਹੋਵੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇਹ ਸਿਧਾਂਤ ਵੇਖ ਕਰਕੇ ਹੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਹਾਲਾਤ ਵੇਖ ਕਰਕੇ ਹੀ ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ, ਬਾਬਾ ਦੇਖੈ ਧਿਆਨ ਧਰ, ਜਲਤੀ ਸਾ ਪ੍ਰਿਥਵੀ ਦਿਸਿਆਈ, ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਪੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਕਿਹੜਾ ਸੋਧਾ ਲਾਉਣਾ ਸੀ ਉਹਨਾਂ ਨੇ? ਆਹ ਸੋਧਾ ਸੀ ਉਹ ਜਿਹੜਾ ਕਿ ਵਿਗਾੜ ਪੈ ਚੁੱਕਾ ਸੀ। ਬਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ, ਉਡ ਉਡ ਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਘਰ ਜਾਏ। ਰੋਟੀਆਂ ਕਾਰਨ ਪੂਰੈ ਤਾਲ, ਤਾਲ ਪੂਰਦੇ ਨੇ ਰੋਟੀ ਦੀ ਖਾਤਰ। ਆਪ ਪਛਾੜੇ ਧਰਤੀ ਨਾਲ, ਆਪਣੇ ਆਪ ਨੂੰ ਧਰਤੀ ਤੇ ਪਟਕਾ ਕੇ ਮਾਰਦੇ। ਗਾਵਨ ਗੋਪੀਆਂ ਗਾਵਨ ਕਾਨ, ਕਿਸੇ ਨੇ ਗੋਪੀ ਦਾ ਰੂਪ ਧਾਰਨ ਕੀਤਾ ਹੋਇਆ ਹੈ, ਗੋਪੀਆਂ ਦਾ ਰੂਪ ਧਾਰਨ ਕਰਕੇ ਉਹ ਸਾਂਗ ਬਣਾ ਕੇ ਨੱਚ ਰਹੇ ਨੇ। ਕੋਈ ਕਾਨ ਜੀ ਦਾ ਰੂਪ ਬਣਾ ਕੇ ਨੱਚ ਰਿਹਾ ਹੈ। ਗਾਵਨ ਸੀਤਾ ਰਾਜੇ ਰਾਮ, ਸੀਤਾ ਦਾ ਅਰਥ ਮਾਤਾ ਸੀਤਾ ਜੀ, ਜਿਹੜੇ ਕਿ ਰਾਮਚੰਦਰ ਜੀ ਦੀ ਪਤਨੀ ਸਨ। ਔਰ ਰਾਜੇ ਰਾਮ ਦਾ ਭਾਵ ਰਾਜਾ ਰਾਮਚੰਦਰ ਜੀ, ਜਿਹੜੇ ਕਿ ਅਯੁੱਧਿਆ ਦੇ ਰਾਜੇ ਸਨ, ਜਿਨ੍ਹਾਂ ਨੂੰ ਬਨਵਾਸ ਹੋਇਆ। ਤੇ ਸਤਿਗੁਰੂ ਕਹਿੰਦੇ ਕੋਈ ਸੀਤਾ ਜੀ ਦਾ ਰੂਪ ਬਣਾ ਕੇ, ਕੋਈ ਰਾਮਚੰਦਰ ਜੀ ਦਾ ਰੂਪ ਬਣਾ ਕੇ, ਕੋਈ ਗੋਪੀਆਂ ਦਾ ਰੂਪ ਬਣਾ ਕੇ, ਕੋਈ ਕਾਨ ਜੀ ਦਾ ਰੂਪ ਬਣਾ ਕੇ, ਇਸ ਤਰ੍ਹਾਂ ਕੇਵਲ ਆਪਣੀ ਰੋਟੀ ਕਮਾਉਣ ਦੀ ਖਾਤਰ ਇਹ ਸਾਰਾ ਸਵਾਂਗ ਰਚ ਕੇ ਉਹ ਧਾਰਮਿਕਤਾ ਦਾ ਵਿਖਾਵਾ ਕਰ ਰਹੇ ਨੇ। ਨਿਰਭਉ ਨਿਰੰਕਾਰ ਸੱਚ ਨਾਮ, ਪਰ ਜਿਹੜਾ ਸਦਾ ਇੱਥੇ ਰਹਿਣ ਵਾਲੇ ਪਰਮਾਤਮਾ ਦਾ ਨਾਮ ਹੈ ਨਾ, ਨਿਰਭਉ, ਨਿਰਭਉ ਦਾ ਅਰਥ ਹੈ ਉਹ ਕਿਸੇ ਤੋਂ ਡਰਦਾ ਨਹੀਂ, ਉਹਨੂੰ ਕਿਸੇ ਦਾ ਡਰ ਨਹੀਂ। ਨਿਰੰਕਾਰ, ਉਹਦਾ ਕੋਈ ਖਾਸ ਆਕਾਰ ਨਹੀਂ ਕਿ ਉਹ ਕ੍ਰਿਸ਼ਨ ਜੀ ਦੇ ਰੂਪ ਵਿੱਚ ਪ੍ਰਗਟ ਹੋਵੇਗਾ, ਉਹ ਰਾਮਚੰਦਰ ਜੀ ਦੇ ਰੂਪ ਵਿੱਚ ਪ੍ਰਗਟ ਹੋਵੇਗਾ, ਉਹ ਨਿਕਲੰਕ ਦੇ ਰੂਪ ਵਿੱਚ ਪ੍ਰਗਟ ਹੋਵੇਗਾ, ਜਾਂ ਜਿਵੇਂ ਕੋਈ ਅੱਜ ਵੀ ਕਈ ਰੱਬ ਬਣ ਕੇ ਬੈਠੇ ਨੇ, ਜਾਂ ਅੱਜ ਵੀ ਕਈ ਪਖੰਡੀ ਗੁਰੂ ਬਣ ਕੇ ਬੈਠੇ ਨੇ। ਉਸ ਤਰ੍ਹਾਂ ਸਤਿਗੁਰੂ ਕਹਿੰਦੇ ਨਹੀਂ, ਸੰਕਟ ਨਹੀਂ ਪਰੈ ਜੋਨ ਨਹੀਂ ਆਵੇ, ਨਾਮ ਨਿਰੰਜਨ ਜਾ ਕੋ ਰੇ, ਕਬੀਰ ਕੋ ਸੁਆਮੀ ਐਸੋ ਠਾਕੁਰ, ਜਾ ਕੇ ਮਾਈ ਨਾ ਬਾਪੋ ਰੇ। ਇਸ ਲਈ ਉਹ ਪਰਮਾਤਮਾ ਜਿਹੜਾ ਹੈ ਉਹ ਨਿਰਭਉ, ਨਿਰਭਉ ਦਾ ਭਾਵ ਨੂੰ ਕਿਸੇ ਦਾ ਡਰ ਨਹੀਂ। ਨਿਰੰਕਾਰ, ਉਹ ਆਕਾਰ ਤੋਂ ਰਹਿਤ ਹੈ। ਸੱਚ ਨਾਮ, ਔਰ ਉਹਦਾ ਨਾਮ ਜਿਹੜਾ ਹੈ
होंद जिहड़ी है वो सराथे रहण वाली है। जाका किया सगल जहान, और एडी शक्ति का मालिक है कि उन्हें कृष्ण जी वर्गी शख्सियत पैदा की, उन्हें रामचंद्र जी वर्गी शख्सियत पैदा की, उन्हें गोपियां वर्गियां पैदा की, उन्हें माता सीता जी वर्गी शख्सियत पैदा की। वो ये सारे जहान नूं पैदा करने की समर्था रखने वाला परमात्मा है। जाका किया सगल जहान, सेवक सेवै कर्म चढ़ाओ। जिन्हां नूं समझ लग जाती है कि असी अपनी जिंदगी के अंदर किस मकसद वास्ते संसार में आए हैं, किते ऐसा ना होवे जदों ये समा आवे कोई रह ना भरीआ पाईए ते असी खाली हाथ इत्थों चले जाइए, कीता ही कुछ ना होवे। ते सतगुरु कहंदे फिर वो सेवक बन के सेवा करते हैं, रब की भी सेवा करते हैं। हुण रब की सेवा किवें कीती जाए? सतगुरु पातशाह जी ने गुरबाणी के अंदर एक एक गल नूं खोलना कीता है। जे असी गुरबाणी का अभ्यास करिए, गुरबाणी पढ़ीए, तो सानू ये सारा ज्ञान गुरु की बाणी विचों प्राप्त होएगा। अज त्रासदी ये है कि जिवें असी बाकी कारज कंट्रैक्ट बेस ते करवाने शुरू कर देते हैं, इवें ही धार्मिकता भी साडी कंट्रैक्ट बेस ते चल रही है। हुण जिन्हां ने केवल ते केवल माया भेज के पाठ किते हो रहा होवे, वो किते बैठे होण, जां घरां विच भी जदों असीं पाठ करवांदे आ करदे आ किन्ना क सुणदे आ, इस सच्चाई नूं असीं सारे ही जाणदे हां। इसलिए सतगुरु कहंदे जे असीं रब दी बाणी पढ़ीए, गुरबाणी का अभ्यास करिए, क्योंकि गुरु नानक पातशाह जी शख्सियत ने सानू ये उपदेश किया है कि जिमें असी प्रसादा आप छकते हैं, कोई मनो कह सकता कि मेरी थां दे उत्ते दूजा छक लवे ते मेरी भुख दूर हो जाए। बीमार कोई बंदा होवे उहदी थां ते दवाई दूजा खा लवे, डॉक्टर दूजे नूं डायगनोज कर लवे, चैकअप कर लवे, किवें बीमारी दूर होएगी? ये सारे कारज असी स्कूलों कॉलेजों पढ़न तो लैके हर गल जिहड़ी है वो आप करना चाहते हैं, ताकि चंगे तरीके नाल उन्हां नूं निभाया जा सके और सानू उहदा ज्ञान प्राप्त होवे। पर यह किवें हो सकदा भी बाणी कोई होर पढ़े ते ज्ञान सानू प्राप्त होवे, जीवन सानू प्राप्त होवे? सतगुरु नानक पातशाह जी ने तो एक फैसला दिता है, आपन हथीं अपना आपे ही कास सवारी है। इसलिए जिहड़े लोग इस गल नूं समझदे ने को रह ना भरीआ पाई है, सतगुरु कहंदे फिर वो सेवक बन के सेवा दा भाव सेवा करते हैं, रब की सेवा करते हैं। पहले नंबर के उत्ते हर की टहल कमावनी जपी है प्रभु का नाम। प्रभु की टहल की है? प्रभु के नाम नूं जपना। नाम नूं जपना की है? उहदे हुक्म के अनुसार ही होकर जिंदगी जीवनी, उहदे हुक्म के अनुसार हर पल इस गल नूं चेते रखना, हम अंधले अंध विखै विखराते, क्यों चाले गुर चाली, सतगुर दया करे सुखदाता, हम लावे आपन पाली, गुरसिख मीत चलो गुर चाली, जो गुर कहे सोई पल मानो, हर हर कथा निराली। हम अंधले ज्ञानहीन अज्ञानी, क्यों चाले मार्ग पंथा, हम अंधले को गुर अंचल दीजै, जा नानक चले मिलन था। ये रब की सेवा है। फिर दूसरे नंबर के उत्ते गुरु की सेवा। गुरु की सेवा, क्योंकि साडे गुरु साहब कोई शरीरक तौर पर नहीं, गुरु नानक साहब जी तो लैके 10वें पातशाह जी तक शब्द गुरु का प्रचार किया गया शरीरक रूप दे विच, लेकिन सारे जामिया के टाइम के उत्ते समय के उत्ते उन्हां दी हजूरी विच यही गल दृढ़ करवाई गई, शब्द गुरु सुरत धुन चेला, अमृत वाणी तत बखानी, ज्ञान ध्यान विच आई, आवो सिख सतगुरु के प्यारिओ, गावो सच्ची बाणी, बाणी ता गावो गुरु केरी, बाणियां सिर बाणी, बाणी गुरु, गुरु है बाणी, विच बाणी अमृत सारे, गुरबाणी कहे सेवक जन माने, प्रतख गुरु निस्तारे, तुरकी बाणी आई, तिन सगली चिंत मिटाई, दयाल पुरख मेहरबाना, हर नानक साच बखाना। फिर उस तो बाद 6वें पातशाह जी ने भावें बाणी उचारण नहीं की, लेकिन सतगुरु ने बाणी का अदब सत्कार किया, बाणी नूं आप लिख के पोथियां स्थापित कीतियां। और सतगुरु पातशाह जी ने भाई गोपाला जी की साखी असीं जानते हैं कि किवें सतगुरु पातशाह जी ने रहमत की। भाई गोपाला जी ने जदों जपजी साहब जी का शुद्ध उचारण करके
ਅਰਥ ਭਾਵ ਨੂੰ ਸਮਝਦਿਆਂ ਹੋਇਆਂ, ਵਿਸ਼ਰਾਮਾਂ ਨੂੰ ਸਮਝਦਿਆਂ ਹੋਇਆਂ ਬਾਣੀ ਦਾ ਉਚਾਰਨ ਕੀਤਾ, ਪਾਠ ਦਾ ਉਚਾਰਨ ਕੀਤਾ ਤੇ ਸਤਿਗੁਰੂ ਜੀ ਸਭ ਕੁਝ ਹੀ ਉਹਨੂੰ ਸੌਂਪਣ ਵਾਸਤੇ ਤਿਆਰ ਹੋ ਗਏ। ਫਿਰ ਸਤਵੇਂ ਪਾਤਸ਼ਾਹ ਜੀ ਦਾ ਜੀਵਨ ਸਾਡੇ ਸਾਹਮਣੇ ਹੈ। ਜਿਨ ਪੈ ਅਦਬ ਨਾ ਬਾਣੀ ਧਾਰਾ, ਸੋ ਜਾਣੋ ਸਿੱਖ ਨਹੀਂ ਹਮਾਰਾ। ਕਿ ਜਦੋਂ ਸੰਗਤਾਂ ਕੀਰਤਨ ਕਰਦੀਆਂ ਆ ਰਹੀਆਂ ਨੇ, ਉਹ ਜਲਦੀ ਨਾਲ ਉੱਠਦੇ ਨੇ, ਗੋਡੇ ਤੇ ਸੱਟ ਵੱਜੀ, ਸਿੱਖ ਸਵਾਲ ਕਰਦੇ ਨੇ ਵੀ ਸੱਚੇ ਪਾਤਸ਼ਾਹ ਤੁਹਾਨੂੰ ਕੀ ਲੋੜ ਹੈ ਇੰਨੀ ਜਲਦੀ ਕਰਨ ਦੀ। ਤੇ ਸਤਿਗੁਰੂ ਦੋ ਟੋਕ ਗੱਲ ਕਰਦੇ ਨੇ, ਫੈਸਲਾ ਦਿੰਦੇ ਨੇ ਕਿ ਭਾਈ ਇਹ ਗੁਰਬਾਣੀ ਮੇਰਾ ਵੀ ਗੁਰੂ ਹੈ, ਤੁਹਾਡਾ ਵੀ ਗੁਰੂ ਹੈ। ਮੈਂ ਗੁਰੂ ਕੇ ਅਦਬ ਵਿੱਚ ਉੱਠਿਆ ਹਾਂ। ਗੋਡੇ ਤੇ ਚੋਟ ਲੱਗੀ ਕੋਈ ਗੱਲ ਨਹੀਂ, ਲੇਕਿਨ ਅਦਬ ਨੂੰ ਚੋਟ ਨਹੀਂ ਲੱਗਣੀ ਚਾਹੀਦੀ। ਤੇ 8ਵੇਂ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਸਤਿਕਾਰ ਕੀਤਾ ਕਿ ਸਮੇਂ ਦੀ ਹਕੂਮਤ ਦੇ ਸਾਹਮਣੇ ਨਹੀਂ ਝੁਕੇ। ਤੇ ਸਤਿਗੁਰੂ ਜੀ ਨੇ ਸਿਧਾਂਤਾਂ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ, ਸਿਧਾਂਤਾਂ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ। ਇਹ ਗੁਰਬਾਣੀ ਅਦਬ ਦਾ ਇੱਕ ਪ੍ਰਤੀਕ ਹੈ, ਕਿਉਂਕਿ ਸਿਧਾਂਤਾਂ ਗੁਰਬਾਣੀ ਨੇ। ਔਰ 9ਵੇਂ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਹੈ ਤੇ ਸਤਿਗੁਰੂ ਨੇ ਇਹਨਾਂ ਸਿਧਾਂਤਾਂ ਦੀ ਪਾਲਣਾ ਕਰਦਿਆਂ ਹੀ ਆਪਣੀ ਆਹੂਤੀ ਦਿੱਤੀ, ਸ਼ਹੀਦੀ ਦਿੱਤੀ, ਕੁਰਬਾਨੀ ਦਿੱਤੀ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੇ ਕੁਰਬਾਨੀ ਦਿੱਤੀ। ਉਹ ਕਿਸ ਕਰਕੇ ਦਿੱਤੀ ਹੈ? ਇਹਨਾਂ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਹੋਇਆਂ ਕਿ ਸਾਡੇ ਜੋ ਇਹ ਸਿਧਾਂਤ ਨੇ ਬੜਮੁੱਲੇ ਸਭੇ ਸਾਂਝੀ ਬਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਸਭ ਸੁਖਾਲੀ ਬੁਠੀਆ ਇਹ ਹੋਆ ਹਲੇਮੀ ਰਾਜ ਜੀਓ। ਇਹ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇ ਚੌਵਰਨਾ ਕੋ ਸਾਂਝਾ, ਇਹ ਜਿਹੜੇ ਬੜਮੁੱਲੇ ਸਿਧਾਂਤ ਨੇ, ਇਹਨਾਂ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦਿਆਂ ਹੋਏ ਸਤਿਗੁਰੂ ਜੀ ਨੇ ਆਪਣੀ ਕੁਰਬਾਨੀ ਦਿੱਤੀ। 10ਵੇਂ ਪਾਤਸ਼ਾਹ ਜੀ ਨੇ ਇੱਥੇ ਕੁਰਬਾਨੀਆਂ ਦਾ ਹੜ ਲਿਆਂਦਾ। ਉੱਥੇ ਨਾਲ ਹੀ ਸਤਿਗੁਰੂ ਨੇ ਇੱਕ ਫੈਸਲਾ ਕੀਤਾ, ਆਗਿਆ ਪਈ ਅਕਾਲ ਕੀ, ਤਵੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੇ ਖੋ ਸ਼ਬਦ ਮੈਲੇ। ਇਹਦਾ ਭਾਵ ਸਤਿਗੁਰੂ ਜੀ ਨੇ ਆਪਣੇ ਸਰੀਰਕ ਹੋਣ ਦੇ ਵਿੱਚ ਵੀ ਸ਼ਬਦ ਗੁਰੂ ਦੀ ਪ੍ਰਧਾਨਤਾ ਨੂੰ ਤਸਲੀਮ ਕੀਤਾ, ਪ੍ਰਵਾਨ ਕੀਤਾ। ਤੇ ਹੁਣ ਸਾਨੂੰ ਹੁਕਮ ਕੀਤਾ ਹੋਇਆ ਕਿ ਗੁਰੂ ਮਾਨਿਓ ਗ੍ਰੰਥ। ਹੁਣ ਸੇਵਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਨੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀ ਹੈ? ਗੁਰ ਸੇਵਾ ਗੁਰ ਸ਼ਬਦ ਵਿਚਾਰ, ਕਿ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹਦੇ ਅਨੁਸਾਰੀ ਜੀਵਨ ਬਣਾਇਆ ਜਾਏ ਤੇ ਉਹ ਸ਼ਬਦ ਵਿਚਾਰ ਨੂੰ ਲੋਕਾਂ ਤੱਕ, ਮਨੁੱਖਤਾ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਏ। ਔਰ ਜਿਹੜਾ ਮਨੁੱਖ ਇਹ ਉਪਰਾਲਾ ਕਰਦਾ, ਧੰਨ ਗੁਰੂ ਰਾਮਦਾਸ ਜੀ ਨੇ ਇਹ ਕਿਰਪਾ ਕੀਤੀ, ਬਚਨ ਕੀਤੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਪਹਿਲੇ ਨੰਬਰ ਦੇ ਉੱਤੇ ਪਰਮਾਤਮਾ ਦੀ ਸੇਵਾ, ਫਿਰ ਦੂਸਰੇ ਨੰਬਰ ਦੇ ਉੱਤੇ ਗੁਰੂ ਦੀ ਸੇਵਾ, ਫਿਰ ਤੀਸਰੇ ਨੰਬਰ ਦੇ ਉੱਤੇ ਸਤਿਗੁਰੂ ਜੀ ਨੇ ਸਾਨੂੰ ਮਨੁੱਖਤਾ ਦੀ ਸੇਵਾ, ਕਿਉਂਕਿ ਮਨੁੱਖਤਾ ਦੀ ਸੇਵਾ ਇਸ ਕਰਕੇ ਕਰਨੀ ਹੈ। ਦਾਸ ਅੱਜ ਹੀ ਭਗਤੀ ਮੂਵਮੈਂਟ ਪੜ੍ਹਾ ਰਿਹਾ ਸੀ, ਜਿਹਦੇ ਅੰਦਰ ਭਗਤ ਨਾਮਦੇਵ ਜੀ ਦੇ ਬਚਨ ਸਾਹਮਣੇ ਆਏ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਸਰਵੇ ਏਕ ਅਨੇਕੈ ਸੁਆਮੀ, ਸਭ ਕਟ ਭੁਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਅਬਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ। ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੂਲੋ ਪਾਈ। ਖਾਲਕ ਖਲਕ ਖਲਕ ਮੈਂ, ਖਾਲਕ ਪੂਰ ਰਹਿਓ ਸਰਬ ਠਾਈ। ਫਰੀਦਾ ਖਾਲਕ ਖਲਕ ਮੈਂ, ਖਲਕ ਬਸੈ ਰੱਬ ਮਾਹੇ। ਮੰਦਾ ਕਿਸਨੋ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ। ਇਸ ਕਰਕੇ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਫੈਸਲਾ ਬਖਸ਼ਿਸ਼ ਕੀਤਾ, ਕਹਿਣ ਲੱਗੇ ਭਾਈ ਇੱਕ ਤਾਂ ਕਿਰਤ ਕਰਨੀ ਹੈ, ਤੇ ਕੀਤੀ ਹੋਈ ਕਿਰਤ ਨੂੰ ਫਿਰ ਸਫਲ ਕਰਨ ਵਾਸਤੇ ਜਿਹੜੇ ਨੀਡੀ ਪਰਸਨ ਨੇ ਉਹਨਾਂ ਦੀ ਸੇਵਾ ਵਿੱਚ ਅਰਪਣ ਕਰਨਾ, ਜਿਹਨੂੰ ਅਸੀਂ ਦਸਵੰਧ ਦੀ ਪ੍ਰਥਾ ਕਹਿੰਦੇ ਹਾਂ। ਹੱਥੋਂ ਦੇ ਕੇ ਭਲਾ ਮਨਾਵੇ ਦੀ ਪ੍ਰਥਾ ਕਹਿੰਦੇ ਹਾਂ। ਕਾਲ ਖਾਏ ਕੇ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਸੇ ਨੂੰ ਸਤਿਗੁਰੂ ਜੀ ਨੇ ਜਦੋਂ ਦੂਜੇ ਸ਼ਬਦਾਂ ਵਿੱਚ ਸਾਡੇ ਸਾਹਮਣੇ ਲਿਆਂਦਾ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸਣ ਪਾਈ ਹੈ। ਜਿਨ੍ਹਾਂ ਦੇ ਉੱਤੇ ਉਸ ਮਾਲਕ ਦੀ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ ਦੇ ਉੱਤੇ ਉਹਦਾ ਕਰਮ ਹੋ ਜਾਂਦਾ ਹੈ, ਜਿਨ੍ਹਾਂ ਦੀ ਸ਼ੁਭ ਕਰਨੀ ਬਣ ਜਾਂਦੀ ਹੈ, ਸਤਿਗੁਰੂ ਕਹਿੰਦੇ ਉਹ ਫਿਰ ਆਪਣੀ ਜ਼ਿੰਦਗੀ ਦੇ ਅੰਦਰ ਉਹਨਾਂ ਦੇ ਬਖਸ਼ਿਸ਼ ਦੁਆਰਾ ਚੜ੍ਹਦੀ ਕਲਾ ਹੁੰਦੀ ਹੈ। ਸੇਵਕ ਸੇਵੈ ਕਰਮ ਚੜਾਓ, ਕਰਮ ਚੜਾਓ ਦਾ ਪਰ ਕਰਮ ਦੀ ਰਾਹੀਂ, ਬਖਸ਼ਿਸ਼ ਦੀ ਰਾਹੀਂ ਫਿਰ ਉਹ ਆਪਣੀ ਜ਼ਿੰਦਗੀ ਦੇ ਅੰਦਰ ਉਸ ਪਰਮਾਤਮਾ ਦੀ, ਉਹਦੀ ਖਲਕਤ ਦੀ, ਗੁਰੂ ਦੀ ਸੇਵਕ ਬਣ ਕੇ ਉਹ ਸੇਵਾ ਕਰਦੇ ਨੇ। ਫਿਰ ਉਹਨਾਂ ਤੇ ਕਿਰਪਾ ਕੀ ਹੁੰਦੀ, ਫਿਰ ਨਤੀਜਾ ਕੀ ਨਿਕਲਦਾ? ਸਤਿਗੁਰੂ ਕਹਿੰਦੇ ਭਿੰਨੀ ਰਹਿਣ ਜਿਨ੍ਹਾਂ ਮਨ ਚਾਹੋ। ਉਹਨਾਂ ਦੀ ਜ਼ਿੰਦਗੀ ਰੂਪੀ ਰਾਤ
ਜਿਵੇਂ ਰਾਤ ਨੂੰ ਤਰੇੜ ਪੈਂਦੀ ਹੈ ਨਾ, ਤੇ ਤਰੇੜ ਦੇ ਨਾਲ ਰਾਤ ਭਿੱਜ ਜਾਂਦੀ ਹੈ, ਐਵੇਂ ਜ਼ਿੰਦਗੀ ਰੂਪੀ ਰਾਤ ਫਿਰ ਨਾਮ ਦੀ ਵਰਖਾ ਦੇ ਨਾਲ, ਸ਼ਬਦ ਦੀ ਵਰਖਾ ਦੇ ਨਾਲ, ਸੱਚ ਦੀ ਵਰਖਾ ਦੇ ਨਾਲ, ਰਸ ਨਾਲ ਭਰ ਜਾਂਦੀ ਹੈ, ਭਿੱਜ ਜਾਂਦੀ ਹੈ। ਭਿੰਨੀ ਰਹਿਣ ਕਿਹਨਾਂ ਦੀ? ਜਿਨ੍ਹਾਂ ਮਨ ਚਾਹੋ, ਜਿਨ੍ਹਾਂ ਦੇ ਮਨ ਵਿੱਚ ਇਹ ਸੇਵਾ ਕਰਨ ਦਾ, ਗੁਰੂ ਨਾਲ ਜੁੜਨ ਦਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਦਾ, ਬਾਣੀ ਪੜ੍ਹਨ ਦਾ, ਜਿਨ੍ਹਾਂ ਦੇ ਮਨ ਅੰਦਰ ਚਾਅ ਪੈਦਾ ਹੁੰਦਾ ਹੈ। ਕਿਉਂਕਿ ਚਾਅ ਤੋਂ ਬਿਨਾਂ ਕੀਤੀ ਹੋਈ ਸੇਵਾ ਵੀ ਪ੍ਰਵਾਨ ਨਹੀਂ ਹੈ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰ ਸਾਰ। ਇਸ ਕਰਕੇ ਸਵਾਹੀ ਸਲਾਕ ਹੈ, ਸੁਰਤਿਆਂ ਉਪਜੈ ਚਾਓ। ਜਿਹੜੇ ਸੁਰਤੇ ਲੋਕ ਨੇ, ਸੁਰਤ ਜੋੜਨ ਵਾਲੇ ਲੋਕ ਨੇ, ਉਹਨਾਂ ਦੇ ਮਨ ਵਿੱਚ ਉਪਜੈ ਚਾਓ। ਤਿਨਾਂ ਦਰਿਆਵਾਂ ਸੇ ਦੋਸਤੀ, ਮਨ ਮੁਖ ਸੱਚਾ ਨਾਉ। ਭਿੰਨੀ ਰਹਿਣ ਜਿਨ੍ਹਾਂ ਮਨ ਚਾਓ, ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਨਾਮ ਨਾਲ ਭਿੱਜ ਜਾਂਦੀ ਹੈ, ਨਾਮ ਨਾਲ ਰਸਦਾਇਕ ਹੋ ਜਾਂਦੀ ਹੈ। ਜਿਨ੍ਹਾਂ ਦੇ ਮਨ ਵਿੱਚ ਇਹ ਚਾਹ ਹੁੰਦਾ ਹੈ ਸੇਵਕ ਬਣਨ ਦਾ ਤੇ ਸੇਵਾ ਕਰਨ ਦਾ, ਜਿਨ੍ਹਾਂ ਦੇ ਉੱਤੇ ਨਦਰੀ ਕਰਮ ਹੋ ਜਾਂਦਾ ਹੈ, ਬਖਸ਼ਿਸ਼ ਹੋ ਜਾਂਦੀ ਹੈ। ਫਿਰ ਕੀ ਹੁੰਦਾ? ਸਿੱਖੀ ਸਿੱਖਿਆ ਗੁਰ ਵਿਚਾਰ। ਉਹਨਾਂ ਨੇ ਗੁਰੂ ਦੀ ਵਿਚਾਰ ਦੀ ਰਾਹੀਂ, ਜਦੋਂ ਗੁਰੂ ਦੀ ਵਿਚਾਰ ਦੀ ਰਾਹੀਂ ਕੀ ਸਿੱਖਿਆ ਸਿੱਖੀ, ਇਹ ਸਿੱਖਿਆ ਸਿੱਖ ਲਈ ਕਿਹੜੀ? ਸੇਵਕ ਬਣਨ ਦੀ, ਸੇਵਾ ਕਰਨ ਦੀ, ਔਰ ਉਹਦੇ ਹੁਕਮ ਵਿੱਚ ਰਹਿਣ ਦੀ। ਜਿਵੇਂ ਆਪਾਂ ਸਾਰਾ ਵਾਤਾਵਰਨ ਪਹਿਲਾਂ ਪੜ੍ਹ ਚੁੱਕੇ ਹਾਂ, ਭੈ ਵਿੱਚ ਪਵਨ ਬਹਿ ਸਦਬਾਓ, ਭੈ ਵਿੱਚ ਚੱਲੈ ਲਖ ਦਰਿਆਓ, ਹੁਕਮ ਰਜਾਈ ਚੱਲਣ ਦਾ। ਇਹ ਸਿੱਖਿਆ ਜਿਨ੍ਹਾਂ ਨੇ ਸਿੱਖ ਲਈ ਗੁਰੂ ਦੇ ਵਿਚਾਰ ਦੀ ਰਾਹੀਂ, ਨਦਰੀ ਕਰਮ ਲੰਘਾਏ ਪਾਰ। ਫਿਰ ਗੁਰੂ ਕਿਰਪਾ ਕਰਕੇ, ਆਪਣੀ ਨਜ਼ਰੇ ਕਰਮ ਕਰਕੇ, ਕਿਰਪਾ ਦ੍ਰਿਸ਼ਟੀ ਦੀ ਰਾਹੀਂ ਇਸ ਸੰਸਾਰ ਸਾਗਰ ਤੋਂ, ਔਕੜਾਂ ਤੋਂ ਉਹਨਾਂ ਨੂੰ ਪਾਰ ਕਰ ਦਿੰਦਾ। ਉਹ ਕਾਮ ਨੂੰ ਵੀ ਕ੍ਰੋਸ ਕਰਕੇ ਪਾਰ ਲੰਘ ਜਾਂਦੇ ਨੇ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ, ਆਪਣੀ ਇਸਤਰੀ ਸਿਉ ਰਤ ਹੋਈ, ਰਹਿਤ ਬਾਨ ਗੁਰ ਕਾ ਸਿੱਖ ਸੋਈ। ਉਹ ਫਿਰ ਕ੍ਰੋਧ ਤੋਂ ਵੀ ਪਾਰ ਲੰਘ ਜਾਂਦੇ ਨੇ। ਉਹ ਆਪਣੇ ਜੀਵਨ ਦੇ ਵਿੱਚ ਕ੍ਰੋਧ ਦੀ ਵਰਤੋਂ ਕਿਸੇ ਦੇ ਜ਼ੁਲਮ ਕਰਨ ਵਾਸਤੇ ਨਹੀਂ ਕਰਦੇ, ਬਲਕਿ ਵੀਰ ਰਸ ਰਾਹੀਂ ਹਮੇਸ਼ਾ ਜ਼ੁਲਮ ਦਾ ਨਾਸ਼ ਕਰਨ ਵਾਸਤੇ ਤਤਪਰ ਰਹਿੰਦੇ ਨੇ। ਕਿਉਂਕਿ ਅੰਤਰ ਕ੍ਰੋਧ ਚੰਡਾਲ, ਇਹ ਚੰਡਾਲ ਦਾ ਰੂਪ ਹੈ, ਇਹ ਪਿਓ ਦਾ ਵੀ ਕਤਲ ਕਰਵਾ ਦਿੰਦਾ ਹੈ। ਔਰ ਜਿਹੜਾ ਮਨੁੱਖ ਕ੍ਰੋਧੀ ਹੋਵੇ ਨਾ, ਨਿਰਤੰਗ ਕ੍ਰੋਧ ਜਥਾ ਮਰਕਟ ਹੈ। ਸਤਿਗੁਰੂ ਕਹਿੰਦੇ ਜਿਵੇਂ ਬਾਂਦਰ ਨਾਚ ਕਰਦਾ ਨਾ, ਇਵੇਂ ਕ੍ਰੋਧ ਦੇ ਵਿੱਚ ਬੰਦਾ ਨੱਚਦਾ ਫਿਰਦਾ, ਭੜਕਦਾ ਫਿਰਦਾ ਹੈ। ਹੁਣ ਉਹਨੂੰ ਵੀ, ਲੋਭ ਨੂੰ ਪਾਰ ਕਰਨਾ ਕੋਈ ਸੌਖਾ ਕੰਮ ਹੈ? ਹੰਕਾਰ ਨੂੰ ਪਾਰ ਕਰਨਾ ਸੌਖਾ ਕੰਮ ਹੈ? ਮੋਹ ਨੂੰ ਪਾਰ ਕਰਨਾ ਸੌਖਾ ਕੰਮ ਹੈ? ਜਦੋਂ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਸੌਂਪਣਾ ਕੀਤੀ ਹੋਣੀ ਹੈ, ਮੋਹ ਤਾਂ ਕਹਿੰਦਾ ਹੋਣਾ ਨਾ ਬਾਬਾ ਸ੍ਰੀ ਚੰਦ ਜੀ ਨੂੰ ਦਿੱਤੀ ਜਾਣੀ ਚਾਹੀਦੀ ਹੈ। ਬਾਬਾ ਲਖਮੀ ਦਾਸ ਜੀ ਇਹਦੇ ਅਧਿਕਾਰੀ ਨੇ। ਜਦੋਂ ਕਲਗੀਧਰ ਪਾਤਸ਼ਾਹ ਜੀ ਚਮਕੌਰ ਦੇ ਮੈਦਾਨੇ ਜੰਗ ਵਿੱਚੋਂ ਨਿਕਲ ਕੇ ਤੁਰੇ ਹੋਣੇ, ਤੇ ਸਾਹਮਣੇ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਦੀ ਲਾਸ਼ ਪਈ ਹੋਣੀ ਹੈ, ਬਾਕੀ ਸਿੱਖਾਂ ਦੀਆਂ ਪਈਆਂ ਹੋਣਗੀਆਂ, ਤੇ ਮੋਹ ਤਾਂ ਆਖਦਾ ਹੋਏਗਾ ਨਾ ਵੀ ਅਜੀਤ ਸਿੰਘ ਜੀ ਦੀ ਲਾਸ਼ ਦੇ ਉੱਤੇ ਕਫਨ ਪੈਣਾ ਚਾਹੀਦਾ, ਇਹਨੂੰ ਚੁੱਕ ਕੇ ਸੰਭਾਲਣਾ ਚਾਹੀਦਾ ਹੈ। ਲੇਕਿਨ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਇਹ ਜਿਹੜਾ ਸਿਧਾਂਤ ਸੀ ਨਾ, ਇਹ ਸਿਧਾਂਤ ਲੰਘਾਏ ਪਾਰ। ਉਸ ਸਿਧਾਂਤ ਨੇ ਐਸਾ ਪਾਰ ਕੀਤਾ ਕਲਗੀਧਰ ਪਾਤਸ਼ਾਹ ਜੀ ਨੂੰ, ਉਹਨਾਂ ਗੁਰਸਿੱਖਾਂ ਨੂੰ ਜਿਨ੍ਹਾਂ ਦੇ ਉੱਤੇ ਨਦਰੀ ਕਰਮ ਲੰਘਾਏ ਪਾਰ, ਜਿਨ੍ਹਾਂ ਨੇ ਗੁਰੂ ਦੀ ਵਿਚਾਰ ਦੀ ਰਾਹੀਂ ਸਿੱਖਿਆ ਪ੍ਰਾਪਤ ਕੀਤੀ, ਜਿਨ੍ਹਾਂ ਦੇ ਉੱਤੇ ਕਰਮ ਚੜਾਓ ਹੋ ਗਿਆ, ਜਿਨ੍ਹਾਂ ਦੇ ਉੱਤੇ ਇਹ ਨਜ਼ਰ ਕਰਮ ਲੰਘਾਏ ਪਾਰ ਦਾ ਬਖਸ਼ਿਸ਼ ਹੋ ਗਈ, ਨਦਰੀ ਕਰਮ ਲੰਘਾਏ ਪਾਰ। ਸਤਿਗੁਰੂ ਕਹਿੰਦੇ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਉਹ ਸੰਸਾਰ ਸਾਗਰ ਤੋਂ, ਇਹਨਾਂ ਔਕੜਾਂ ਤੋਂ, ਵਿਕਾਰਾਂ ਤੋਂ ਸਹਿਜੀ ਪਾਰ ਹੋ ਜਾਂਦੇ ਨੇ। ਇਸੇ ਕਰਕੇ ਬਹੁਤ ਸਾਰੇ ਲੋਕ ਸੰਸਾਰ ਸਾਗਰ ਤੋਂ ਪਾਰ ਹੋਣ ਦੇ ਅਨੇਕਾਂ ਯਤਨ ਕਰਦੇ ਨੇ, ਪਰ ਗੁਰਮਤਿ ਨੇ ਸਾਨੂੰ ਜਿਹੜਾ ਸਿਧਾਂਤ ਦਿੱਤਾ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਉਹ ਕੀ ਹੈ? ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਕੋਈ ਹੋਆ ਕਰਮ ਰਤ, ਕੋਈ ਤੀਰਥ ਨਹਾਇਆ, ਦਾਸੀ ਹਰ ਕਾ ਨਾਮ ਧਿਆਇਆ, ਬੰਧਨ ਕਾਟਨ ਹਾਰ ਸੁਆਮੀ, ਜਾਂ ਨਾਨਕ ਸਿਮਰੈ ਅੰਤਰ ਜਾਮੀ। ਹੁਣ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਵਿੱਚ ਹੀ ਵਿਸ਼ਵਾਸ ਕਰੀ ਬੈਠੇ ਨੇ ਕਿ ਜੇ ਅਸੀਂ ਇਹ ਭ੍ਰਮਣ ਕਰੀ ਜਾਈਏ, ਘੁੰਮੀ ਫਿਰੀ ਜਾਈਏ, ਇਹਦੇ ਨਾਲ ਹੀ ਸਾਨੂੰ ਮੁਕਤੀ ਪ੍ਰਾਪਤ ਹੋਵੇਗੀ, ਧਰਮ ਦੀ ਪ੍ਰਾਪਤੀ ਹੋਵੇਗੀ, ਨਾਮ ਦੀ ਪ੍ਰਾਪਤੀ ਹੋਵੇਗੀ। ਸਤਿਗੁਰੂ ਉਹਨਾਂ ਔਜੜੇ ਪਏ ਲੋਕਾਂ ਨੂੰ ਸੱਚ ਸਮਝਾਉਣ ਦਾ ਉਪਰਾਲਾ ਕਰਦੇ ਹੋਏ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਕਹਿੰਦੇ ਜੇ ਘੁੰਮਣ ਫਿਰਨ ਦੇ ਨਾਲ ਹੀ, ਭਟਕਣ ਦੇ ਨਾਲ ਹੀ, ਭ੍ਰਮਣ ਕਰਨ ਦੇ ਨਾਲ ਹੀ ਸੱਚ ਦੀ, ਰੱਬ ਦੀ, ਨਾਮ ਦੀ ਪ੍ਰਾਪਤੀ ਹੋਣੀ ਹੈ, ਤੇ ਕਹਿੰਦੇ ਭਲਿਓ ਕੋਲੂ ਚਰਖਾ ਚੱਕੀ ਚੱਕ। ਕੋਲੂ ਜਿੱਥੇ ਤੇਲ ਪੀੜਿਆ ਜਾਂਦਾ ਹੈ,
ਸਰੋਂ ਦਾ ਤੇਲ ਆਪਾਂ ਕੱਢਦੇ ਹਾਂ ਦਾਣਿਆਂ ਨੂੰ ਪੀੜ ਕੇ, ਤਿਲਾਂ ਦਾ ਤੇਲ ਕੱਢਦੇ ਹਾਂ, ਹੋਰ ਤੇਲ ਕੱਢੇ ਜਾਂਦੇ ਨੇ, ਬੜੇਮਿਆਂ ਦਾ ਤੇਲ ਕੱਢਿਆ ਜਾਂਦਾ ਹੈ, ਚਰਖਾ ਜਿਹਦੇ ਨਾਲ ਸੂਤ ਕੱਤਿਆ ਜਾਂਦਾ ਹੈ ਉਹ ਵੀ ਘੁੰਮਦਾ ਹੈ, ਕੋਹਲੂ ਵੀ ਘੁੰਮਦਾ ਹੈ, ਚੱਕੀ ਜਿਹਦੇ ਨਾਲ ਆਟਾ ਪੀਸਿਆ ਜਾਂਦਾ ਹੈ, ਦਾਣੇ ਆਪਾਂ ਪੀਂਦੇ ਹਾਂ, ਚੱਕ ਜਿਹੜਾ ਕਿ ਘੁਮਿਆਰ ਜੇ ਤੇ ਭਾਂਡੇ ਤਿਆਰ ਕਰਦਾ ਹੈ ਉਹ ਵੀ ਬੜਾ ਘੁੰਮਦਾ ਹੈ। ਸਤਿਗੁਰੂ ਕਹਿੰਦੇ ਜੇ ਘੁੰਮਣ ਦੇ ਨਾਲ ਹੀ ਰੱਬ ਦੀ ਪ੍ਰਾਪਤੀ ਹੁੰਦੀ ਹੋਵੇ ਤੇ ਕੋਹਲੂ, ਚਰਖਾ, ਚੱਕੀ, ਚੱਕ, ਇਹ ਕੋਹਲੂ, ਚਰਖਾ, ਚੱਕੀ, ਚੱਕ, ਇਹਨਾਂ ਨੂੰ ਰੱਬ ਦੀ ਪ੍ਰਾਪਤੀ ਪਹਿਲਾਂ ਹੋ ਜਾਣੀ ਚਾਹੀਦੀ ਹੈ। ਥਲ ਬਾਰੋਲੇ, ਧਰਤੀ ਦੇ ਉੱਤੇ ਆਉਣ ਵਾਲੇ ਜਿਹੜੇ ਬਿੰਡ ਪੂਲ ਨੇ, ਬਾਰੋਲੇ ਨੇ, ਕਿਉਂਕਿ ਉਹ ਐਸਾ ਘੁੰਮਣ ਕੇਰੀ ਬਣਾਉਂਦਾ ਹੈ ਕਿ ਵੱਡੀਆਂ ਵੱਡੀਆਂ ਬਿਲਡਿੰਗਾਂ ਨੂੰ ਉਡਾ ਦਿੰਦਾ ਹੈ। ਵੱਡੇ ਵੱਡੇ ਕੜਾਹੇ, ਰਸ ਕੱਢਣ ਵਾਲੇ, ਗੰਨਿਆਂ ਦੇ ਕਾਢਣ ਵਾਲੇ, ਉਹ ਉੱਡ ਜਾਂਦੇ ਨੇ, ਚੁਬਾਰੇ ਡਿੱਗ ਪੈਂਦੇ ਨੇ ਤੇ ਬਹੁਤ ਨੁਕਸਾਨ ਹੁੰਦਾ ਉਹਦੇ ਨਾਲ। ਸਤਿਗੁਰੂ ਕਹਿੰਦੇ ਉਹ ਕਿੰਨਾ ਘੁੰਮਦਾ ਹੈ, ਬਹੁਤ ਅਨੰਤ, ਬਹੁਤ ਆਨੰਦ ਦਾ ਭਾਵ ਬੇਅੰਤ। ਬਰੋਲਾ ਵੀ ਘੁੰਮਦਾ ਹੈ, ਚੱਕ ਵੀ ਘੁੰਮਦਾ, ਚੱਕੀ ਵੀ ਘੁੰਮਣ 'ਚ ਕੋਈ ਘੱਟ ਨਹੀਂ ਕਰਦੀ, ਚਰਖਾ ਤੇ ਕੋਹਲੂ। ਫਿਰ ਸਤਿਗੁਰੂ ਕਹਿੰਦੇ ਲਾਟੂ ਮਾਧਾਣੀਆਂ ਅਨਗਾ, ਲਾਟੂ ਜਿਹੜੇ ਬੱਚੇ ਘੁਮਾਉਂਦੇ ਨੇ, ਖੇਡਦੇ ਨੇ ਜਦੋਂ, ਮਾਧਾਣੀਆਂ ਜਿਹਦੇ ਨਾਲ ਦੁੱਧ ਰਿੜਕਿਆ ਜਾਏ। ਫਿਰ ਅਨਗਾ, ਅਨਗਾ ਪੁਰਾਣੇ ਜ਼ਮਾਨੇ ਦੇ ਅੰਦਰ ਪਰਾਲੀ ਜਾਂ ਭਰੀਆਂ ਜਿਹੜੀਆਂ ਹੁੰਦੀਆਂ ਨੇ, ਕਣਕ ਦੀ ਨਾਲੀ ਜਿਹੜੀ, ਉਹਨੂੰ ਇਕੱਠੀ ਕਰਕੇ ਜੋੜ ਕੇ ਉਹਦੇ ਹੇਠਾਂ ਫਲਾਹੀ ਦੇ ਕੰਡੇ ਰੱਖ ਕੇ ਤਿਆਰ ਕੀਤਾ ਜਾਂਦਾ ਸੀ, ਜਿਸ ਨੂੰ ਬਲਦਾਂ ਦੇ ਪਿੱਛੇ ਪਾ ਕੇ ਪਿੰਡ ਦੇ ਅੰਦਰ ਕਣਕ ਨੂੰ ਖਿਲਾਰ ਕੇ ਉਹਦੇ ਨਾਲ ਉਹਨੂੰ ਗਾਹਿਆ ਜਾਂਦਾ ਸੀ। ਉਹਦੀ ਥਾਂ ਦੇ ਉੱਤੇ ਅੱਜ ਸਾਡੇ ਕੋਲ ਥ੍ਰੈਸ਼ਰ ਨੇ, ਮਸ਼ੀਨਾਂ ਨੇ, ਅਸੀਂ ਉਹਨਾਂ ਕਣਕਾਂ ਉੱਥੇ ਕਣਕ ਨੂੰ ਗਾਉਂਦੇ ਹਾਂ। ਫਿਰ ਅੱਜ ਟੈਕਨੀਕ ਹੋਰ ਅੱਗੇ ਵੱਧ ਗਈ ਹੈ, ਸਾਡੇ ਕੋਲ ਮਸ਼ੀਨੀ ਯੁੱਗ ਆਉਣ ਕਰਕੇ ਕੰਬਾਈਨਾਂ ਜਿਹੜੀਆਂ ਨੇ ਉਹ ਖੇਤ ਦੇ ਵਿੱਚ ਹੀ ਕਣਕ ਨੂੰ ਕੱਟ ਕੇ ਨਾਲ ਦੀ ਨਾਲ ਹੀ ਦਾਣਿਆਂ ਨੂੰ ਅਲੱਗ ਕਰਕੇ, ਤੂੜੀ ਨੂੰ ਅਲੱਗ ਕਰਕੇ ਕਰੀ ਜਾਂਦੇ ਨੇ। ਤੇ ਉਹ ਜਿਹੜੇ ਬੌਧ ਨੇ ਉਹ ਸਾਰਾ ਦਿਨ ਫਲੇ ਨੂੰ ਲੈ ਕੇ ਘੁੰਮਦੇ ਰਹਿੰਦੇ ਸਨ। ਸਤਿਗੁਰੂ ਕਹਿੰਦੇ ਅੰਨ ਨੂੰ ਗਾਉਣ ਵਾਲਾ ਜਿਹੜਾ ਫੜਾ ਹੈ ਉਹ ਵੀ ਬਹੁਤ ਘੁੰਮਦਾ। ਮਧਾਣੀਆਂ ਕਿੰਨਾ ਘੁੰਮਦੀਆਂ ਨੇ, ਤੇ ਅੱਜ ਕੱਲ ਤਾਂ ਸਾਡੇ ਕੋਲ ਇਲੈਕਟ੍ਰਿਕ ਮਧਾਣੀ ਹੈ। ਉਹ ਮਧਾਣੀ ਕਿੰਨੀ ਫਾਸਟ ਹੋ ਕੇ ਘੁੰਮਦੀ, ਜੇ ਭ੍ਰਮਣ ਕਰਨ ਦੇ ਨਾਲ ਹੀ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਇਹ ਵਿਸ਼ਵਾਸ ਕਰਦਾ ਮੈਨੂੰ ਰੱਬ ਦੀ ਪ੍ਰਾਪਤੀ ਹੋਵੇਗੀ। ਲਾਟੂ ਕਿਵੇਂ ਘੁਮਾਉਂਦੇ ਨੇ ਬੱਚੇ, ਪੰਖੀ ਭੌਂਦੀਆਂ ਲੈਣ ਨਾ ਸਾਹ। ਜਿਹੜੀਆਂ ਪੰਖੀਆਂ ਨੇ, ਭਵੀਰੀਆਂ ਨੇ, ਪੰਛੀ ਨੇ, ਉਹ ਕਹਿੰਦੇ ਘੁੰਮਦੀਆਂ ਹੋਈਆਂ ਸਾਹ ਨਹੀਂ ਲੈਂਦੀਆਂ, ਸਾਰੀ ਜ਼ਿੰਦਗੀ ਘੁੰਮਦੀਆਂ ਰਹਿੰਦੀਆਂ ਨੇ, ਟਿੱਕੇ ਨਹੀਂ ਬਹਿੰਦੀਆਂ। ਉਹ ਸੂਏ ਚਾੜ ਭਵਾਈਆਂ ਜੰਤ, ਸੂਲੀ ਦੇ ਉੱਤੇ ਜਾਂ ਸੂਏ ਦੇ ਉੱਤੇ ਚੜ ਕੇ ਜੀਵਾਂ ਨੂੰ ਘੁਮਾਇਆ ਜਾਂਦਾ ਹੈ। ਨਾਨਕ ਭੌਂਦਿਆਂ ਗਣਤ ਨਾ ਅੰਤ। हे ਨਾਨਕ, ਇਹਨਾਂ ਘੁੰਮਦਿਆਂ ਹੋਇਆਂ ਲੋਕਾਂ ਦਾ, ਜੀਵਾਂ ਦਾ, ਪਦਾਰਥਾਂ ਦਾ ਕਹਿੰਦੇ ਕੋਈ ਅੰਤ ਨਹੀਂ, ਕਿੰਨੀ ਗਿਣਤੀ ਕੀਤੀ ਜਾ ਸਕਦੀ ਹੈ। ਇਹ ਤਾਂ ਮੈਂ ਕਹਿੰਦੇ ਥੋੜੇ ਜਿਹਾ ਬਿਆਨ ਕੀਤੇ ਹੈ, ਲੇਕਿਨ ਹੋਰ ਵੀ ਬਹੁਤ ਸਾਰੀਆਂ ਐਸੀਆਂ ਵਸਤੂਆਂ ਹੋਣਗੀਆਂ ਜਿਹੜੀਆਂ ਘੁੰਮਣ ਵਿੱਚ ਹੀ ਰਹਿੰਦੀਆਂ ਨੇ। ਹੁਣ ਧਰਤੀ ਵੀ ਤਾਂ ਘੁੰਮ ਰਹੀ ਹੈ, ਚੰਦਰਮਾ ਘੁੰਮ ਰਿਹਾ ਹੈ, ਸੂਰਜ ਆਪਣੀ ਥਾਂ ਤੇ ਵੱਡੇ ਸੂਰਜਾਂ ਦੇ ਦੁਆਲੇ ਘੁੰਮ ਰਿਹਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਔਰ ਸਹਿਸਕ੍ਰਿਤੀ ਦੇ ਅੰਦਰ ਗੁਰਦੇਵ ਪਿਤਾ ਜੀ ਨੇ ਰਹਿਮਤ ਕੀਤੀ। ਕਹਿੰਦੇ ਆ ਇੱਕ ਪਰਮਾਣੂ ਲਫ਼ਜ਼ ਅਸੀਂ ਜਾਣਦੇ ਹਾਂ, ਬਹੁਤ ਸੂਖਮ, ਬਾਰੀਕ। ਸਤਿਗੁਰੂ ਕਹਿੰਦੇ ਪਰਮਾਣੂ ਵਰਗਾ ਸੂਖਮ ਹੋ ਕਰਕੇ ਜੇ ਕੋਈ ਮਨੁੱਖ, ਕੋਈ ਜੰਤ, ਕੋਈ ਜੀਵ ਆਕਾਸ਼ ਦੇ ਵਿੱਚ ਭ੍ਰਮਣ ਕਰੇ, ਦੀਪਾਂ ਲੋਹਾਂ ਦਾ ਭ੍ਰਮਣ ਕਰੇ, ਕਿੰਨੇ ਚਿਰ ਵਿੱਚ ਕਰੇ, ਇੰਨਾ ਫਾਸਟ ਹੋਵੇ ਕਿ ਅੱਖ ਦੇ ਫੋਰ ਵਿੱਚ ਅੱਖ ਚਮਕਣ ਜਿੰਨੇ ਸਮੇਂ ਵਿੱਚ ਉਹ ਪੂਰੇ ਬ੍ਰਹਿਮੰਡ ਦਾ ਚੱਕਰ ਲਾਉਣ ਦੀ ਸਮਰੱਥਾ ਰੱਖਦਾ ਹੋਵੇ। ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋ ਸੇ ਖੰਡਣ ਹੈ। ਪਰ ਸਤਿਗੁਰੂ ਕਹਿੰਦੇ ਜਦੋਂ ਤੱਕ ਗੁਰੂ ਨਾਲ ਧਾਰਨ ਕੀਤਾ ਜਾਏ ਉਦੋਂ ਤੱਕ ਸਾਡੇ ਅੰਦਰ ਇਹ ਸਾਰਾ ਸਮਰੱਥਾ ਪ੍ਰਾਪਤ ਕਰਨ ਤੋਂ ਬਾਅਦ ਵੀ ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋ ਸੇ ਖੰਡਣ ਹੈ, ਤੇ ਉਦੋਂ ਤੱਕ ਵੀ ਸਾਨੂੰ ਜਿਹੜਾ ਹੈ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ, ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਕਰਕੇ ਗੁਰੂ ਧਾਰਨ ਕਰਨ ਤੋਂ ਬਿਨਾ ਸਾਡੇ ਜੀਵਨ ਜਾਚ ਸਾਨੂੰ ਨਹੀਂ ਪ੍ਰਾਪਤ ਹੋ ਸਕਦੀ, ਸਾਨੂੰ ਸੱਚ ਦੇ ਨਾਲ ਜੁੜਨ ਦੀ ਸਮਰੱਥਾ ਨਹੀਂ ਪ੍ਰਾਪਤ ਹੋ ਸਕਦੀ। ਪੰਖੀ ਭੌਂਦੀਆਂ ਲੈਣ ਨਾ ਸਾਹ, ਲੈਣ ਨਾ ਸਾਹ ਦਾ ਭਾਵ ਉਹ ਕੰਟੀਨਿਊਸਲੀ ਲਗਾਤਾਰ ਘੁੰਮਣ ਵਿੱਚ ਸਾਹ ਨਹੀਂ ਲੈਂਦੀਆਂ, ਹਰ ਵੇਲੇ ਭਰਮਦੀਆਂ ਰਹਿੰਦੀਆਂ ਨੇ। ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋ ਸੇ ਖੰਡਣਾ, ਗਸ਼ੇਣ ਨੈਣ ਭਰੇਣ। ਨੈਣ ਭਰੇਣ ਦਾ ਅਰਥ ਹੁੰਦਾ ਅੱਖ ਝਮਕਣ ਜਿੰਨਾ ਸਮਾਂ, ਜਿੰਨਾ ਸਮਾਂ ਅਸੀਂ ਅੱਖ ਝਮਕਣ ਨੂੰ ਲਾਉਂਦੇ ਹਾਂ। ਸਤਿਗੁਰੂ ਕਹਿੰਦੇ ਇਤਨੀ ਦੇਰ ਵਿੱਚ ਸਾਰੇ ਬ੍ਰਹਿਮੰਡ ਦਾ ਗਸ਼ੇਣ ਦਾ ਭਾਵ ਚੱਕਰ ਲਾਣਾ, ਭ੍ਰਮਣ ਕਰਨਾ, ਪਹੁੰਚ ਜਾਣਾ ਇੰਨਾ ਫਾਸਟ ਸਪੀਡ ਹੋ ਕੇ। ਗਸ਼ੇਣ ਨੈਣ ਭਰੇਣ
ਨਾਨਕ ਬਿਨਾ ਸਾਧੂ ਨਾ ਸਿੱਧਿਆ ਤੇ। ਇਹ ਨਾਨਕ ਬਿਨਾ ਸਾਧੂ ਤੋਂ ਬਿਨਾ, ਗੁਰੂ ਤੋਂ ਬਿਨਾ ਸਾਡੀ ਜ਼ਿੰਦਗੀ ਸਫਲ ਨਹੀਂ ਹੋ ਸਕਦੀ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਕੋਲੂ ਚਰਖਾ ਚੱਕੀ ਚੱਕ, ਥਲ ਬਾਰੋਲੇ ਬਹੁਤ ਅਨੰਤ। ਲਾਟੂ ਮਾਧਾਣੀਆਂ ਅਨਗਾ, ਪੰਖੀ ਪਾਉਂਦੀਆਂ ਲੈਣ ਨਾ ਸਾਹ। ਸੂਹੇ ਚਾੜ ਭਵਾਈਏ ਜੰਤ, ਨਾਨਕ ਪਾਉਂਦਿਆਂ ਗਣਤ ਨਾ ਅੰਤ। ਹੁਣ ਸਤਿਗੁਰੂ ਕਹਿੰਦੇ ਜੇ ਜੀਵ ਦੇ, ਮਨੁੱਖ ਦੇ ਜੀਵਨ ਵੱਲ ਧਿਆਨ ਮਾਰ ਕੇ ਦੇਖੀਏ, ਬੰਧਨ ਬੰਦ ਭਵਾਏ ਸੋਏ। ਇਹ ਮਨੁੱਖੀ ਜ਼ਿੰਦਗੀ ਨੂੰ ਵੀ ਸਤਿਗੁਰੂ ਉਹ ਮਾਲਕ ਇਹਦੇ ਕਰਮਾਂ ਦੇ ਬੰਧਨਾਂ ਵਿੱਚ ਬੰਨ ਕੇ ਭਵਾ ਰਿਹਾ ਹੈ, ਇਹਨੂੰ ਚੱਕਰ ਲਵਾ ਰਿਹਾ ਹੈ ਆਵਾਗਮਨ ਦੇ। ਪਿਆ ਕਿਰਤ ਨੱਚੈ ਸਭ ਕੋਏ, ਤੇ ਆਪਣੀ ਕਿਰਤ ਦੀ ਪੈ ਅਨੁਸਾਰ, ਕਰਮ ਦੇ ਅਨੁਸਾਰ ਪਿਆ ਹੋਇਆ ਨੱਚ ਰਿਹਾ ਹੈ, ਭਾਵ ਉਹਦੇ ਅਨੁਸਾਰ ਜੀਵਨ ਜੀ ਰਿਹਾ ਹੈ। ਨੱਚ ਨੱਚ ਹੱਸੈ, ਤੇ ਜਦੋਂ ਨੱਚਦਾ ਹੈ ਉਸ ਵੇਲੇ ਖੁਸ਼ ਹੁੰਦਾ ਹੈ, ਪਦਾਰਥਾਂ ਨੂੰ ਵੇਖ ਕਰਕੇ, ਪੁੱਤਰਾਂ ਨੂੰ ਵੇਖ ਕਰਕੇ, ਧੀਆਂ ਨੂੰ ਵੇਖ ਕਰਕੇ, ਪਤਨੀ ਨੂੰ ਵੇਖ ਕਰਕੇ, ਪਤਨੀ ਪਤੀ ਨੂੰ ਵੇਖ ਕਰਕੇ। ਉਹਨਾਂ ਦੀ ਖਾਤਰ ਚੱਲਿਆ ਰਹਿੰਦਾ, ਬਹੁ ਪਰਪੰਚ ਕਰ ਪਰ ਤਨ ਲਿਆਵੇਂ। ਸੁਤਦਾਰਾ ਪੈ ਆਨ ਲੁਟਾਵੇਂ, ਮਨ ਮੇਰੇ ਭੂਲੇ ਕਪਟ ਨਾ ਕੀਜੈ। ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ। ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮਨਾ ਪੁੱਛੈ ਜਾਤ। ਸਤਵੇਂ ਸੰਜ ਕੀਆ ਕਰਵਾਸ, ਅਠਵੇਂ ਕ੍ਰੋਧ ਹੋਆ ਤਾਂ ਨਾਸ। ਨਾਵੇਂ ਧੌਲੇ ਉਭੇਸਾ, ਗਏ ਸੰਗੀਤ ਪੁਕਾਰੀ ਧਾ। ਇਹ ਸਾਰਾ ਨੱਚ ਨੱਚ ਹੱਸੇ ਇਹ ਜੀਵਨ ਚੱਲੀ ਜਾ ਰਿਹਾ ਹੈ। 10 ਵਾਲ ਤਨ 20 ਰਵਣ, 30 ਕਾ ਸੁੰਦਰ ਕਹਾਵੇ। 40 ਪੁਰ ਹੋਏ 85 ਪੱਖ ਹਿੱਸੈ, 60 ਕੇ ਬਡੇਪਾ ਆਵੇ। ਨੱਚ ਨੱਚ ਹੱਸੈ ਚੱਲੈ, ਤੇ ਇੱਥੋਂ ਜਦੋਂ ਚੱਲਦੇ ਨੇ ਫਿਰ ਰੋਂਦੇ ਹੀ ਜਾਂਦੇ, ਕਿਉਂਕਿ ਜੀਵਨ ਦੇ ਵਿੱਚ ਕੁਝ ਪ੍ਰਾਪਤ ਨਹੀਂ ਕਰ ਸਕੇ। ਇੰਜ ਲੱਗਦਾ ਜੇ ਮੈਂ ਕੁਝ ਵੀ ਨਹੀਂ ਕੀਤਾ। ਨੱਚ ਨੱਚ ਹੱਸੈ ਚੱਲੈ ਸੇ ਰੋਏ। ਉਹ ਆਖਰ ਜਦੋਂ ਚੱਲਦੇ ਨੇ ਸੰਸਾਰ ਤੋਂ, ਫਿਰ ਹੱਸਣ ਵਾਲੇ, ਖੇਡਣ ਵਾਲੇ, ਇੱਥੇ ਇਹੋ ਜਿਹੀ ਆਪਣੀ ਐਸ਼ੋ ਇਸ਼ਰ ਦੀ ਜ਼ਿੰਦਗੀ ਬਤੀਤ ਕਰਨ ਵਾਲੇ, ਅਗਿਆਨਤਾ ਵਿੱਚ ਜੀਉਣ ਵਾਲੇ, ਸਤਿਗੁਰੂ ਕਹਿੰਦੇ ਚੱਲੈ ਸੇ ਰੋਏ। ਉਹ ਫਿਰ ਰੋ ਕੇ ਚੱਲਦੇ ਨੇ, ਆਖਰ ਉਹਨਾਂ ਨੂੰ ਰੋਣਾ ਹੀ ਪੱਲੇ ਪੈਂਦਾ ਹੈ। ਉੱਡ ਨਾ ਜਾਹੀਂ। ਹੁਣ ਉੱਡਦਾ ਕੌਣ ਹੈ ਜਿਹੜਾ ਉੱਚੀ ਉਡਾਰੀ ਮਾਰ ਸਕੇ? ਕਹਿੰਦੇ ਪਰ ਇਹਨਾਂ ਕਰਮਾਂ ਦੇ ਨਾਲ, ਭ੍ਰਮਣ ਕਰਨ ਦੇ ਨਾਲ, ਘੁੰਮਣ ਫਿਰਨ ਦੇ ਨਾਲ, ਵਿਖਾਵਾ ਕਰਨ ਦੇ ਨਾਲ, ਜੋ ਵੀ ਸਿਧਾਂਤ ਸਤਿਗੁਰੂ ਨੇ ਉੱਪਰੋਂ ਦਿੱਤਾ ਹੈ, ਰੋਟੀਆਂ ਕਾਰਨ ਪੂਰੇ ਤਾਲ ਵਾਲਾ, ਗਾਵਨ ਗੋਪੀਆਂ ਗਾਵਨ ਕਾਨ ਵਾਲਾ, ਉਹ ਸਾਰਾ ਕੁਝ ਜੋ ਕੁਝ ਦਰਸਾਇਆ ਹੈ ਸਤਿਗੁਰੂ ਨੇ, ਸਤਿਗੁਰੂ ਕਹਿੰਦੇ ਇਹਦੇ ਨਾਲ ਕੋਈ ਬੰਦਾ ਆਤਮਿਕ ਉਡਾਰੀ ਨਹੀਂ ਲਾ ਸਕਿਆ, ਅੱਜ ਤੱਕ ਨਹੀਂ ਲਾ ਸਕਿਆ। ਸਿੱਧ ਨਾ ਹੋਏ, ਤੇ ਨਾ ਹੀ ਕੋਈ ਪੁੱਗਿਆ ਹੋਇਆ ਜੋਗੀ ਬਣ ਸਕਿਆ, ਨਾ ਹੀ ਕਿਸੇ ਸਿੱਧੀ ਨੂੰ ਪ੍ਰਾਪਤ ਕਰ ਸਕਿਆ, ਸਫਲਤਾ ਨੂੰ ਪ੍ਰਾਪਤ ਕਰ ਸਕਿਆ। ਤੋਦ ਬਿਨ ਸਿੱਧੀ ਕਿਰਨ ਨਾ ਪਾਈਆ, ਕਰਮ ਮਿਲਿਆ ਨਾ ਹੀ ਠਾਕਰ ਹਾਈਆ। ਭਾਵ ਜਦੋਂ ਤੱਕ ਅਸੀਂ ਉਹਦੇ ਨਾਲ ਨਹੀਂ ਜੁੜਦੇ, ਉਦੋਂ ਤੱਕ ਸਾਨੂੰ ਸਿੱਧੀ ਨਹੀਂ ਪ੍ਰਾਪਤ ਹੋ ਸਕਦੀ। ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ। ਇਹ ਨੱਚਣਾ ਤੇ ਕੁੱਦਣਾ ਕੇਵਲ ਮਨ ਦਾ ਚਾਹ ਹੈ, ਮਨ ਦੀ ਖੁਸ਼ੀ ਹੈ, ਇਹ ਆਤਮਿਕ ਖੁਸ਼ੀ ਨਹੀਂ। ਹੁਣ ਵੇਖੋ, ਜਦੋਂ ਕਿਤੇ ਸੱਭਿਆਚਾਰ ਦੇ ਨਾਂ ਦੇ ਉੱਤੇ ਕੋਈ ਸਮਾਗਮ ਰੱਖਿਆ ਹੋਵੇ ਨਾ, ਉੱਥੇ ਇਹ ਬੈਨਰ ਬਣਾ ਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਕੱਢ ਕੇ, ਇਹਦੇ ਅਰਥ ਭਾਵ ਨੂੰ ਨਾ ਸਮਝ ਕੇ, ਨੱਚਣ ਕੁੱਦਣ ਮਨ ਕਾ ਚਾਓ ਇਹ ਲਾਇਆ ਹੁੰਦਾ। ਪਰ ਸਤਿਗੁਰੂ ਕਹਿੰਦੇ ਇਹ ਨੱਚਣਾ ਤੇ ਕੁੱਦਣਾ, ਇਹ ਖੇਡਾਂ ਕਰਨੀਆਂ, ਇਹ ਸਰੀਰਕ ਸਾਰਾ ਵਿਖਾਵਾ ਕਰਨਾ, ਇਹ ਕੇਵਲ ਮਨ ਦੀ ਖੁਸ਼ੀ ਹੈ, ਆਤਮਿਕ ਖੁਸ਼ੀ ਨਹੀਂ, ਜੀਵਨ ਦੀ ਖੁਸ਼ੀ ਨਹੀਂ, ਸਦੀਵੀ ਖੁਸ਼ੀ ਨਹੀਂ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਅਸਲ ਵਿੱਚ ਇਹ ਨਾਨਕ ਜਿਨ੍ਹਾਂ ਦੇ ਮਨ ਅੰਦਰ ਉਸ ਪਰਮਾਤਮਾ ਦਾ ਅਦਬ ਪੈਦਾ ਹੋਵੇ, ਇਸ ਗੱਲ ਨੂੰ ਸਮਝ ਲਵੇ ਕਿ ਜਿਵੇਂ ਹਵਾ, ਪਾਣੀ, ਧਰਤੀ, ਆਕਾਸ਼, ਚੰਦਰਮਾ, ਹਰ ਵਸਤੂ ਜਿਹੜੀ ਹੈ, ਦਰਿਆ, ਇਹ ਭੈ ਦੇ ਵਿੱਚ ਚੱਲਦੇ ਨੇ। ਤੇ ਜਿਹੜਾ ਮਨੁੱਖ ਉਸ ਪਰਮਾਤਮਾ ਦੇ ਨਿਰਮਲ ਭਾਵ ਨੂੰ ਆਪਣੇ ਮਨ ਵਿੱਚ ਧਾਰਨ ਕਰ ਲੈਂਦਾ ਹੈ, ਇਹਨਾਂ ਮਨ ਭਾਵ, ਸਤਿਗੁਰੂ ਕਹਿੰਦੇ ਫਿਰ ਉਹਨਾਂ ਦੇ ਮਨ ਵਿੱਚ ਹੀ ਇਹ ਪਰਮਾਤਮਾ ਪ੍ਰਤੀ, ਰੱਬ ਪ੍ਰਤੀ, ਉਹਦੀ ਖਲਕਤ ਪ੍ਰਤੀ ਪਿਆਰ ਪੈਦਾ ਹੁੰਦਾ। ਭਾਵ ਦਾ ਅਰਥ ਹੈ ਪਿਆਰ, ਉਹਦੇ ਜੀਵਨ ਵਿੱਚ ਹੀ ਪ੍ਰਾਪਤ ਹੋਏਗਾ। ਔਰ ਫਿਰ ਉਹਨੂੰ ਸਮਝ ਲੱਗਦੀ ਹੈ, ਪੌੜੀ ਨਾਉ ਤੇਰਾ ਨਿਰੰਕਾਰ ਹੈ, ਨਾਏ ਲਹੇ ਨਰਕ ਨਾ ਜਾਈਏ।
ਕਿ ਭਾਈ ਸਾਡੇ ਜੀਵਨ ਦੇ ਵਿੱਚ ਸਾਨੂੰ ਗੁਰੂ ਨੇ ਇਹ ਗੱਲ ਸਮਝਾ ਦਿੱਤੀ, ਜਦੋਂ ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਇਹ ਦਾਤ ਪ੍ਰਾਪਤ ਹੋ ਗਈ, ਕਰਮ ਚੜਾਓ ਹੋ ਗਿਆ। ਉਸ ਵੇਲੇ ਫਿਰ ਸਾਨੂੰ ਸਮਝ ਲੱਗੀ ਨਾਉ ਤੇਰਾ ਨਿਰੰਕਾਰ ਹੈ, हे ਅਕਾਲ ਪੁਰਖ ਜੀਓ, ਤੇਰਾ ਨਾਂ ਨਿਰੰਕਾਰ ਹੈ, ਭਾਵ ਤੇਰਾ ਕੋਈ ਆਕਾਰ ਨਹੀਂ। ਔਰ ਗੁਰੂ ਨੇ ਇਹ ਗੱਲ ਸਮਝਾ ਦਿੱਤੀ, ਨਾਏ ਲੈ ਨਰਕ ਨਾ ਜਾਈਏ, ਕਿ ਤੇਰਾ ਨਾਮ ਜਪਣ ਦੇ ਨਾਲ, ਸਿਮਰਨ ਕਰਨ ਦੇ ਨਾਲ ਨਰਕਾਂ ਵਿੱਚ ਨਹੀਂ ਜਾਈਦਾ। ਭਾਵ ਉਹ ਮਨੁੱਖ ਵਿਕਾਰਾਂ ਦੇ ਨਰਕ ਤੋਂ ਹਮੇਸ਼ਾ ਬਚ ਕੇ ਰਹੇਗਾ ਜਿਸ ਮਨੁੱਖ ਦੇ ਅੰਦਰ ਸਿਮਰਨ ਦੀ ਬਾਤ ਹੋਏਗੀ, ਜਿਹਦੇ ਅੰਦਰ ਪ੍ਰਮਾਤਮਾ ਦੀ ਸੋਝੀ ਹੋਏਗੀ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ। ਇਹ ਜੀਵਨ ਜਾਚ ਪ੍ਰਾਪਤ ਹੋ ਜਾਂਦੀ ਉਸ ਮਨੁੱਖ ਨੂੰ, ਜਿਹੜਾ ਮਨੁੱਖ ਆਪਣੀ ਜ਼ਿੰਦਗੀ ਦੇ ਅੰਦਰ ਨਾਏ ਲੈ ਨਰਕ ਨਾ ਜਾਈਏ, ਕਦੀ ਨਰਕਾਂ ਵਿੱਚ ਨਹੀਂ ਜਾਏਗਾ। ਕਬੀਰ ਜੀ ਬਚਨ ਕਰਦੇ ਨੇ, ਕਵਨ ਨਰਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਣ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪੈ ਹੈ, ਕੋ ਨਾ ਸਕੈ ਪਛਾਨੀ। ਇਸ ਲਈ ਅੱਜ ਜਿਹੜਾ ਨਰਕ ਸਾਡੇ ਸਾਹਮਣੇ ਹੈ, ਉਹ ਨਸ਼ਿਆਂ ਦਾ ਨਰਕ ਪੰਜਾਬ ਦੇ ਅੰਦਰ, ਸਿੱਖਾਂ ਦੇ ਅੰਦਰ ਸਭ ਤੋਂ ਵੱਡਾ ਨਰਕ ਪੈਦਾ ਹੋ ਰਿਹਾ ਹੈ। ਅੱਜ ਲੋੜ ਹੈ ਇਸ ਨਰਕ ਤੋਂ ਗੁਰੂ ਕੀ ਮੱਤ ਨੂੰ, ਪ੍ਰਭੂ ਦੇ ਸਿਮਰਨ ਨੂੰ ਪ੍ਰਾਪਤ ਕਰਕੇ ਬਚਣ ਦੀ। ਦੇਖੋ ਨਾ, ਜਦੋਂ ਸ਼ਰਾਬ ਪੀ ਕੇ ਬੰਦਾ ਨਾਲੀ ਤੇ ਡਿੱਗਿਆ ਹੋਵੇ ਤੇ ਉੱਤੇ ਕੁੱਤਾ ਪਿਸ਼ਾਬ ਕਰ ਰਿਹਾ ਹੋਵੇ, ਗੰਦਗੀ ਫੈਲਾ ਰਿਹਾ ਹੋਵੇ, ਇਸ ਤੋਂ ਵੱਡਾ ਨਰਕ ਕਿਹੜਾ ਹੋ ਸਕਦਾ ਹੈ? ਬੱਚੇ ਭੁੱਖੇ ਬੈਠੇ ਹੋਣ, ਘਰ ਵਾਲੀ ਭੁੱਖੀ ਬੈਠੀ ਹੋਵੇ, ਪਿਤਾ ਭੁੱਖਾ ਬੈਠਾ ਹੋਵੇ, ਮਾਂ ਦਵਾਈ ਤੋਂ ਤੰਗ ਹੋ ਕੇ ਬੈਠੀ ਹੋਵੇ, ਬਿਮਾਰ ਹੋਵੇ, ਤੇ ਉਹਨੂੰ ਕੋਈ ਪੁੱਛਣ ਵਾਲਾ ਵੀ ਨਾ ਹੋਵੇ। ਤੇ ਸਤਿਗੁਰੂ ਕਹਿੰਦੇ ਫਿਰ ਇਸ ਤੋਂ ਵੱਡਾ ਨਰਕ ਕਿਹੜਾ ਹੋ ਸਕਦਾ ਹੈ? ਨਾਏ ਲਏ ਨਰਕ ਨਾ ਜਾਈਏ। ਪਰ ਜਿਹੜਾ ਮਨੁੱਖ ਉਸ ਨਿਰੰਕਾਰ ਪ੍ਰਭੂ ਦੇ ਨਾਮ ਨੂੰ ਜਪਦਾ ਹੈ, ਨਾਮ ਲੈਣ ਦਾ ਇਹ ਲਾਭ ਹੁੰਦਾ ਕਿ ਉਹ ਨਰਕਾਂ ਵਿੱਚ ਨਹੀਂ ਜਾਂਦਾ, ਇਹਨਾਂ ਅਲਾਮਤਾਂ ਤੋਂ, ਵਿਕਾਰਾਂ ਤੋਂ ਬਚ ਕੇ ਰਹਿੰਦਾ ਹੈ। ਜੀਉ ਪਿੰਡ ਸਭ ਤਿਸ ਦਾ, ਦੇਖ ਖਾਜੈ ਆਗ ਗਵਾਈ ਹੈ। ਉਹਨੂੰ ਇਹ ਸਮਝ ਲੱਗ ਜਾਂਦੀ ਕਿ ਮੇਰੀ ਜਿੰਦ, ਪਿੰਡ ਮੇ ਮੇਰਾ ਸਰੀਰ, ਇਹ ਸਾਰਾ ਕੁਝ ਅਕਾਲ ਪੁਰਖ ਦਾ ਹੈ। ਦੇਖ ਖਾਜੈ, ਉਹ ਸਾਨੂੰ ਦੇ ਰਿਹਾ ਹੈ, ਅਸੀਂ ਉਹ ਖੁਰਾਕ ਖਾਂਦੇ ਹਾਂ, ਉਹ ਭੋਜਨ ਛਕਦੇ ਹਾਂ, ਸਾਡੀ ਉਹ ਪਾਲਣਾ ਕਰਦਾ ਹੈ। ਕਿੰਨਾ ਕੁ ਸਾਨੂੰ ਦੇ ਰਿਹਾ ਹੈ? ਸਤਿਗੁਰੂ ਕਹਿੰਦੇ ਆਖ ਗਵਾਈ ਹੈ। ਇਹ ਵੀ ਆ ਕੇ ਗਵਾਉਣ ਵਾਲੀ ਗੱਲ ਹੈ, ਭਾਵ ਅਸੀਂ ਉਹਦਾ ਵੀ ਅੰਤ ਨਹੀਂ ਪਾ ਸਕਦੇ, ਉਹਦੀ ਬਿਆਨਬਾਜ਼ੀ ਨਹੀਂ ਕਰ ਸਕਦੇ। ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਬਿਗਸੈ ਬੇਪਰਵਾਹ। ਉਹਦੀ ਵੀ ਕੋਈ ਵਿਆਖਿਆ ਨਹੀਂ, ਸਾਨੂੰ ਕਿੰਨਾ ਕੁ ਦੇ ਰਿਹਾ ਹੈ। ਅਣਮੰਗਿਆ ਦਾਨ ਦੇਵਣਾ ਕੋ ਨਾਨਕ ਸੱਚ ਸੰਭਾਲ ਜੀਓ। ਸਾਨੂੰ ਪੁੱਛਣ ਤੋਂ ਬਿਨਾਂ ਹੀ ਉਹ ਸਾਨੂੰ ਬਖਸ਼ਿਸ਼ ਕਰਦਾ ਰਹਿੰਦਾ ਹੈ। ਦੇ ਖਾਜੈ ਆਗ ਗਵਾਈ ਹੈ। ਜੇ ਲੋੜਾਂ ਚੰਗਾ ਆਪਣਾ, हे ਭਾਈ, ਜੇ ਤੁਸੀਂ ਆਪਣਾ ਚੰਗਾ ਲੋੜਦੇ ਹੋ, ਭਲਾ ਲੋੜਦੇ ਹੋ, ਕਰ ਪੁੰਨੋ ਨੀਚ ਸਦਾਈ ਹੈ। ਤਾਂ ਫਿਰ ਪੁੰਨ ਕਰਮ ਕਰਨ ਤੋਂ ਬਾਅਦ, ਚੰਗੇ ਕਰਮ ਕਰਨ ਤੋਂ ਬਾਅਦ, ਜਿਵੇਂ ਸਿਆਣੇ ਕਹਿੰਦੇ ਨੇ, ਨੇਕੀ ਕਰ ਦਰਿਆ ਮੇ ਡਾਲ, ਉਹਦਾ ਵਿਖਾਵਾ ਨਹੀਂ ਕਰਨਾ, ਬਲਕਿ ਪੁੰਨ ਕਰਮ ਕਰਕੇ ਵੀ, ਚੰਗੇ ਕਰਮ ਕਰਕੇ ਵੀ ਆਪਣੇ ਆਪ ਨੂੰ ਨੀਚ ਸਦਾਵਣਾ ਹੈ। ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੈ ਅੰਦਰ ਪਾਈ। ਭਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਇਹ ਸੋਝੀ ਬਖਸ਼ਿਸ਼ ਕੀਤੀ ਹੈ। ਹੁਣ ਕਈ ਵਾਰੀ ਮੌਤ ਤੋਂ ਬਚਣ ਵਾਸਤੇ ਲੋਕ ਕੀ ਕਰਦੇ ਨੇ? ਅਨੇਕਾਂ ਤਰ੍ਹਾਂ ਦੇ ਟਰਪੰਜ ਕਰਦੇ ਨੇ। ਜਿਵੇਂ ਵਡੇਪਾ ਆ ਗਿਆ, ਉਸ ਵਡੇਪੇ ਤੋਂ ਬਚਣ ਵਾਸਤੇ ਕੇਸਾਂ ਨੂੰ ਰੰਗ ਲਿਆ। ਸਾਡੇ ਸਿੱਖ ਸਿਧਾਂਤਾਂ ਦੇ ਅਨੁਸਾਰ ਅਕਾਲ ਪੁਰਖ ਦੇ ਭਾਣੇ ਵਿੱਚ ਰਹਿੰਦਿਆਂ ਹੋਇਆ ਜੋ ਮਾਲਕ ਨੇ ਸਮੇਂ-ਸਮੇਂ ਅਨੁਸਾਰ ਸਾਨੂੰ ਤਬਦੀਲੀਆਂ ਬਖਸ਼ਿਸ਼ ਕੀਤੀਆਂ ਨੇ, ਉਹਨੂੰ ਪ੍ਰਵਾਨ ਕਰਨ। ਔਰ ਮੈਂ ਬੇਨਤੀ ਕਰਾਂ, ਇਹ ਤਬਦੀਲੀ ਮਨੁੱਖ ਨੂੰ ਸਮੇਂ-ਸਮੇਂ ਅਨੁਸਾਰ ਸੰਕੇਤ ਹੈ ਕਿ ਤੂੰ ਮੌਤ ਦੇ ਕਿੰਨਾ ਨੇੜੇ ਹੋ ਚੁੱਕਾ ਹੈ, ਹੁਣ ਤੇਰੀ ਅਵਸਥਾ ਕਿੱਥੇ ਪਹੁੰਚ ਚੁੱਕੀ ਹੈ। ਕੁੱਤਾ ਜਿਹੋ ਜਿਹਾ ਪੈਦਾ ਹੁੰਦਾ ਉਹੋ ਜਿਹਾ ਰੰਗ ਦੇ ਵਿੱਚ ਮਰ ਜਾਂਦਾ ਹੈ। ਜਾਨਵਰ ਜਿਵੇਂ ਪੈਦਾ ਹੁੰਦੇ ਨੇ, ਉਹਨਾਂ ਅੰਦਰ ਕੋਈ ਤਬਦੀਲੀ ਨਹੀਂ, ਨਾ ਅਕਲ ਵਿੱਚ ਕੋਈ ਤਬਦੀਲੀ, ਨਾ ਕੋਈ ਕੇਸਾਂ ਵਿੱਚ ਤਬਦੀਲੀ। ਇਹ ਮਨੁੱਖ ਦੇ ਉੱਤੇ ਹੀ ਕਿਰਪਾ ਕੀਤੀ ਉਸ ਮਾਲਕ ਨੇ। ਵੇਖ ਫਰੀਦਾ ਜੇਥੀਆ, ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਇੱਕ ਮਨੁੱਖ ਸੀ, ਉਹ ਬੜਾ ਹੰਕਾਰੀ ਸੀ ਕਿ ਮੈਂ ਤਾਂ ਕਦੀ ਮਰਾਂਗਾ ਹੀ ਨਹੀਂ। ਇੱਕ ਦਿਨ ਉਹਦੇ ਘਰ ਮੌਤ ਆ ਗਈ, ਉਹਦੇ ਕਮਰੇ ਵਿੱਚ, ਕਹਿਣ ਲੱਗੀ ਮੈਂ ਤੈਨੂੰ ਚੁੱਕਾਂਗੀ ਇੱਕ ਦਿਨ, ਤੂੰ ਹੰਕਾਰ ਨਾ ਕਰ ਇਸ ਗੱਲ ਦਾ, ਕਿਉਂਕਿ ਮੌਤ ਦੇ ਸਾਹਮਣੇ ਤਾਂ ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਿਡਾਨੀ ਦੇ। ਉਹ ਆਕੜ ਕਹਿਣ ਲੱਗਾ ਨਹੀਂ, ਤੂੰ ਮੈਨੂੰ ਨਹੀਂ ਮਾਰ ਸਕਦੀ। ਕਹਿਣ ਲੱਗੀ ਮੈਂ ਜ਼ਰੂਰ ਮਾਰਾਂਗੀ। ਕਹਿਣ ਲੱਗਾ ਫਿਰ ਮੇਰੇ ਨਾਲ ਵਾਅਦਾ ਕਰ, ਜਦੋਂ ਆਏਗੀ ਨਾ ਮੈਨੂੰ ਮੈਸੇਜ ਕਨਵੇ ਕਰਨ ਤੋਂ ਬਾਅਦ ਮੇਰੇ ਕਮਰੇ 'ਚ ਆਈ, ਮੇਰੇ ਕੋਲ ਪਹੁੰਚੀ। ਕਹਿੰਦੀ ਠੀਕ ਹੈ, ਮੇਰਾ ਵਾਅਦਾ ਰਿਹਾ। ਜਦੋਂ ਸਮਾਂ ਆ ਗਿਆ ਉਹਦਾ ਆਖਰੀ, ਤੇ ਮੌਤ ਆ ਕੇ ਕਹਿੰਦੇ ਸਾਹਮਣੇ ਖੜ ਗਈ, ਉਹਨੂੰ ਚੁੱਕਣ ਲੱਗੀ। ਕਹਿਣ ਲੱਗੀ ਤੂੰ ਮੇਰੇ ਨਾਲ ਵਾਅਦਾ ਖਿਲਾਫੀ ਕੀਤੀ ਹੈ, ਤੂੰ ਮੇਰੇ ਨਾਲ ਕੀਤਾ ਹੋਇਆ ਵਾਅਦਾ ਨਹੀਂ ਨਿਭਾਇਆ। ਕਹਿੰਦੀ ਕਿਹੜਾ ਵਾਅਦਾ? ਕਹਿੰਦਾ
ਤੂੰ ਮੇਰੇ ਨਾਲ ਵਾਅਦਾ ਕੀਤਾ ਸੀ, ਇਹ ਐਗਰੀਮੈਂਟ ਕੀਤਾ ਸੀ ਕਿ ਮੈਂ ਜਦੋਂ ਤੈਨੂੰ ਲੈ ਕੇ ਜਾਵਾਂਗੀ ਤੈਨੂੰ ਸੁਨੇਹਾ ਦੇ ਕੇ ਆਵਾਂਗੀ, ਤੂੰ ਮੈਨੂੰ ਸੁਨੇਹਾ ਦਿੱਤਾ ਹੀ ਨਹੀਂ। ਮੌਤ ਕਹਿਣ ਲੱਗੀ ਮੈਂ ਤੈਨੂੰ ਸੁਨੇਹਾ ਦਿੱਤਾ ਸੀ, ਜਦੋਂ ਤੇਰੇ ਕੰਨ ਬੋਲੇ ਹੋ ਗਏ ਸੁਣਨ ਤੋਂ, ਤੂੰ ਹੀਣਾ ਹੋ ਗਿਆ, ਉਦੋਂ ਮੇਰਾ ਸੁਨੇਹਾ ਸੀ ਪਰ ਤੂੰ ਉਹਦੇ ਵੱਲ ਧਿਆਨ ਨਹੀਂ ਦਿੱਤਾ। ਤੈਨੂੰ ਨਜ਼ਰ ਘਟਣ ਤੋਂ ਬਾਅਦ ਐਨਕ ਲੱਗੀ, ਮੇਰਾ ਸੁਨੇਹਾ ਸੀ ਪਰ ਤੂੰ ਨਹੀਂ ਧਿਆਨ ਦਿੱਤਾ। ਮੈਂ ਤੇਰੇ ਕੇਸਾਂ ਨੂੰ ਰੰਗ ਬਦਲ ਕੇ ਚਿੱਟੇ ਕੀਤਾ। ਜਿਵੇਂ ਸਾਨੂੰ ਕਈ ਵਾਰੀ ਮੈਸੇਜ ਆਉਂਦਾ ਨਾ, ਈਮੇਲ ਤੇ ਆਵੇ ਮੈਸੇਜ, ਸਾਨੂੰ ਮੋਬਾਈਲ ਤੇ ਆਵੇ, ਅਸੀਂ ਪੜ੍ਹਨ ਤੋਂ ਬਿਨਾਂ ਕਈ ਵਾਰੀ ਡਿਲੀਟ ਕਰ ਦਿੰਦੇ ਆ। ਹੁਣ ਜਿਹੜੇ ਰੰਗ ਫੇਰ ਦਿੰਦੇ ਨੇ ਚਿੱਟੇ ਕੇਸਾਂ ਦੇ ਉੱਤੇ, ਮੰਨੋ ਕਿ ਉਹਨੇ ਮੈਸੇਜ ਡਿਲੀਟ ਕਰਨ ਦਾ ਯਤਨ ਕੀਤਾ ਹੈ ਕਿ ਸਾਨੂੰ ਉਹ ਮੈਸੇਜ ਪਤਾ ਹੀ ਨਹੀਂ ਲੱਗੇ, ਅਸੀਂ ਪੜ੍ਹੀਏ ਹੀ ਨਾ। ਸਤਿਗੁਰੂ ਕਹਿੰਦੇ ਵੀ ਇਹ ਇਸ ਤਰ੍ਹਾਂ ਕਰਨ ਦੇ ਨਾਲ ਸਾਨੂੰ ਮੌਤ ਤੋਂ ਬਚਾ ਨਹੀਂ ਹੋ ਸਕਦਾ। ਉਹ ਕਹਿਣ ਲੱਗੀ ਤੈਨੂੰ ਮੈਂ ਸੁਨੇਹਾ ਦਿੱਤਾ, ਕੇਸਾਂ ਵਿੱਚ ਤਬਦੀਲੀ ਲਿਆਂਦੀ, ਤੇਰੀ ਚਮੜੀ ਵਿੱਚ ਤਬਦੀਲੀ ਲਿਆਂਦੀ, ਇਹ ਸਾਰੇ ਮੇਰੇ ਸੁਨੇਹੀ ਸਨ ਨਾ। ਨੈਣੋ ਨੀਰ ਬਹਿ ਤਨ ਖੀਨਾ ਭੈ ਕੇਸ ਦੁੱਧ ਬਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ। ਇਹ ਸਾਰੇ ਸੁਨੇਹੇ ਸਨ। ਪਰ ਪੂੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇ ਕੁਮਲਾਨੀ, ਨੇਤਰੀ ਧੁੰਦ ਕਰਨ ਪੈ ਬਹਿਰੇ ਮਨਮੁਖ ਨਾਮ ਨਾ ਜਾਨੀ। ਪ੍ਰਾਣੀ ਕਿਆ ਆਇਆ ਜਗ ਕਿਆ ਪਾਇਆ ਜਗ ਆਏ, ਰਾਮ ਹਿਰਦੈ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ। ਇਸ ਤਰ੍ਹਾਂ ਫਿਰ ਸਾਰੀ ਜ਼ਿੰਦਗੀ ਜਿਹੜੀ ਸੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਉਹਨੇ ਵਿਅਰਥ ਹੀ ਉਸ ਨੂੰ ਗਵਾ ਲਿਆ। ਪਰ ਸਤਿਗੁਰੂ ਕਹਿੰਦੇ ਜੇ ਅਸੀਂ ਇਸ ਗੱਲ ਦੇ ਉੱਤੇ ਅਮਲ ਕਰ ਲਈਏ, ਇਸ ਗੱਲ ਨੂੰ ਸਮਝ ਲਈਏ, ਨਾ ਉਹ ਤੇਰਾ ਨਿਰੰਕਾਰ ਹੈ, ਨਾਏ ਲਏ ਨਰਕ ਨਾ ਜਾਈਐ, ਜੀਉ ਪਿੰਡ ਸਭ ਤਿਸ ਦਾ ਦੇ ਖਾਜੇ ਆਖ ਗਵਾਈਐ, ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀ ਸਦਾਈਐ। ਫਿਰ ਕਹਿੰਦੇ ਸਾਨੂੰ ਸਮਝ ਲੱਗੇਗੀ ਜੇ ਜਰਬਾਨਾ ਪਰ ਹਰੈ, ਜਰਬਾਨਾ ਦਾ ਅਰਥ ਹੈ ਜੋ ਜ਼ਬਰਦਸਤ ਸਾਡੇ ਉੱਤੇ ਆਉਂਦਾ ਹੈ, ਭਾਵ ਵਡੇਪਾ। ਕਿਉਂਕਿ ਅਸੀਂ ਕੇਸਾਂ ਨੂੰ ਰੰਗ ਕੇ ਕਾਲੇ ਕਰ ਲਵਾਂਗੇ, ਹੋਰ ਯਤਨ ਕਰ ਲਵਾਂਗੇ, ਲੇਕਿਨ ਸਰੀਰ ਦੇ ਉੱਤੇ ਪਈਆਂ ਝੁਰੜੀਆਂ ਦਾ ਕੀ ਕਰਾਂਗੇ, ਸਵਾਸਾਂ ਦਾ ਕੀ ਕਰਾਂਗੇ। ਜਦੋਂ ਸਵਾਸ ਨਿਕਲਣਗੇ ਉਸ ਵੇਲੇ ਸਾਰੇ ਸੰਸਾਰ ਦਾ ਪੈਸਾ ਇਕੱਠਾ ਕਰਕੇ ਢੇਰ ਲਾ ਲਈਏ, ਲੇਕਿਨ ਇੱਕ ਵੀ ਸਵਾਸ ਕਿਸੇ ਕੀਮਤ ਦੇ ਉੱਤੇ ਖਰੀਦਿਆ ਨਹੀਂ ਜਾ ਸਕਦਾ। ਇਹ ਉਸ ਮਾਲਕ ਦੀ ਐਡੀ ਬੜਮੁੱਲੀ ਦਾਤ ਹੈ। ਇਸ ਕਰਕੇ ਗੁਰਦੇਵ ਪਿਤਾ ਕਹਿੰਦੇ ਉਹਨੂੰ ਸਫਲ ਕਰਨ ਵਾਸਤੇ ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਔਰ ਨਾਲ ਹੀ ਸਤਿਗੁਰੂ ਨੇ ਇਹ ਵੀ ਸੰਕੇਤ ਦਿੱਤਾ ਹੈ, ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਮਤ ਕੇ ਸਾਹ ਜਾਪੈ ਕਿ ਨਾ ਆਵੇ ਰਾਮ। ਕੀ ਪਤਾ ਜਿਹੜਾ ਸਵਾਸ ਅੰਦਰ ਗਿਆ ਉਹ ਵਾਪਸ ਆਉਂਦਾ ਕਿ ਨਹੀਂ ਆਉਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਜੇ ਜਰਬਾਨਾ ਪਰ ਹਰੈ, ਜੇ ਧੱਕੇ ਨਾਲ ਜ਼ਬਰਦਸਤੀ ਅਸੀਂ ਵਡੇਪੇ ਨੂੰ ਦੂਰ ਕਰਨ ਦਾ ਯਤਨ ਕਰਾਂਗੇ ਨਾ, ਜਰ ਬੇਸ ਕਰੇਂਦੀ ਆਈ ਹੈ। ਸਾਡੇ ਯਤਨ ਕਰਨ ਤੋਂ ਬਾਅਦ ਵੀ ਜੋ ਵਡੇਪੇ ਦਾ ਬੇਸ ਹੈ ਉਹਨੇ ਸਾਡੇ ਤੇ ਹਾਵੀ ਹੋ ਜਾਣਾ, ਉਹਨੇ ਪ੍ਰਭਾਵ ਆਪਣਾ ਪਾਣਾ ਹੀ ਪਾਣਾ ਹੈ। ਅੱਖਾਂ ਦੀ ਜੋਤ ਵੀ ਘਟੇਗੀ, ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਵਿਧ ਪਈ ਤਉ ਨ ਹਰ ਰਸ ਲੀਨ। ਉਸ ਵੇਲੇ ਵੀ ਜੇਕਰ ਬੰਦਾ ਹਰ ਰਸ ਨਹੀਂ ਲੈਂਦਾ ਤੇ ਫਿਰ ਕਿੱਥੇ ਜਾਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਜ਼ੋਰ ਜ਼ਬਰ ਦੇ ਨਾਲ ਅਸੀਂ ਵਡੇਪੇ ਤੋਂ, ਮੌਤ ਤੋਂ ਬਚ ਨਹੀਂ ਸਕਾਂਗੇ। ਜਰ ਬੇਸ ਕਰੇਂਦੀ ਆਈਐ ਕੋ ਰਹਿ ਨਾ ਭਰੀਐ ਪਾਈਐ। ਸਤਿਗੁਰੂ ਨੇ ਇੱਕ ਹਵਾਲਾ ਦਿੱਤਾ, ਜਿਵੇਂ ਪੁਰਾਣੇ ਜ਼ਮਾਨੇ ਵਿੱਚ ਟਾਈਮ ਵੇਖਣ ਵਾਸਤੇ, ਸਮਾਂ ਵੇਖਣ ਵਾਸਤੇ, ਸਮੇਂ ਨੂੰ ਨਾਪਣ ਵਾਸਤੇ ਜਲ ਘੜੀਆਂ ਹੁੰਦੀਆਂ ਸਨ ਕਿ ਪਿਆਲੀ ਨੂੰ ਛੇਕ ਕਰਕੇ ਪਾਣੀ ਵਿੱਚ ਰੱਖ ਦਿੱਤਾ ਜਾਂਦਾ ਸੀ, ਉਹਦੇ ਅੰਦਰ ਹੌਲੀ ਹੌਲੀ ਪਾਣੀ ਭਰਦਾ ਜਾਂਦਾ ਸੀ। ਜਦੋਂ ਉਹ ਪਿਆਲਾ ਪਾਣੀ ਦਾ ਭਰ ਜਾਂਦਾ ਸੀ ਨਾ ਪਿਆਲੀ, ਤੇ ਸਮਝਿਆ ਜਾਂਦਾ ਸੀ ਇੱਕ ਘੜੀ ਬਤੀਤ ਹੋ ਗਈ ਹੈ। ਉਹ ਜਦੋਂ ਪਾਣੀ ਨਾਲ ਭਰ ਜਾਏ ਫਿਰ ਉਸ ਪਿਆਲੀ ਨੂੰ ਡੁੱਬਣ ਤੋਂ ਕੋਈ ਰੋਕ ਨਹੀਂ ਸਕਦਾ। ਸਤਿਗੁਰੂ ਕਹਿੰਦੇ ਜਦੋਂ ਤੇਰਾ ਅੰਤ ਆ ਗਿਆ ਨਾ, ਫਿਰ ਤੈਨੂੰ ਮੌਤ ਵਿੱਚ, ਵਡੇਪੇ ਵਿੱਚ ਡੁੱਬਣ ਤੋਂ ਕੋਈ ਰੋਕ ਨਹੀਂ ਸਕੇਗਾ, ਕੋਈ ਤਾਕਤ ਤੇਰੇ ਵਾਸਤੇ ਲਾਭਦਾਇਕ ਨਹੀਂ ਹੋ ਸਕੇਗੀ। ਕੋ ਰਹਿ ਨਾ ਭਰੀਐ ਪਾਈਐ, ਪਾਈਐ ਦਾ ਭਾਵ ਪਾਈ, ਪਿਆਲੀ ਕਿਸੇ ਵੀ ਤਰੀਕੇ ਨਾਲ ਡੁੱਬਣ ਤੋਂ ਰੋਕੀ ਨਹੀਂ ਜਾ ਸਕਦੀ। ਇਸ ਕਰਕੇ ਜਿਨ੍ਹਾਂ ਨੂੰ ਸੋਝੀ ਪ੍ਰਾਪਤ ਹੋਈ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਨਾਉ ਤੇਰਾ ਨਿਰੰਕਾਰ ਹੈ, ਨਾ ਲਏ ਨਰਕ ਨਾ ਜਾਈਐ, ਜੀਉ ਪਿੰਡ ਸਭ ਤਿਸ ਦਾ ਦੇ ਖਾਜੈ ਆਖ ਗਵਾਈਐ, ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀ ਸਦਾਈਐ, ਜੇ ਜਰਬਾਨਾ ਪਰ ਹਰੈ ਜਰ ਬੇਸ ਕਰੇਂਦੀ ਆਈਐ, ਕੋ ਰਹਿ ਨਾ ਭਰੀਐ ਪਾਈਐ। ਤੇ ਫਿਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਇੱਕ ਕੰਮ ਕੀਤਾ ਕਿ ਨਿਰਭਉ ਨਿਰੰਕਾਰ ਸਤਿਨਾਮ ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵੈ ਕਰਮ ਚੜਾਓ, ਪਿੰਨੀ ਰਹਿਣ ਜਿਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਇਸ ਗੱਲ ਨੂੰ ਸਮਝਿਆ ਤਾਂ ਕਿ ਸਾਡੀ ਇੱਕ ਘੜੀ ਜਿਹੜੀ ਕਿ ਗੋਪੀ ਦਾ ਰੂਪ ਹੈ, ਪਹਿਰ ਜਿਹੜੇ ਕਿ ਕਾਨ ਦਾ ਰੂਪ ਹੈ,
ਔਰ ਪੌਣ ਪਾਣੀ ਬਸੰਤਰ ਗਹਿਣਿਆਂ ਦੀ ਜਿਹੜੀ ਸਜਾਵਟ ਸਾਡੇ ਜੀਵਨ ਵਿੱਚ ਹੋਈ ਹੈ, ਚੰਦ ਸੂਰਜ ਵਰਗੇ ਅਵਤਾਰ ਜੋ ਸਾਨੂੰ ਪ੍ਰਕਾਸ਼ ਮੁਹੱਈਆ ਕਰਦੇ ਨੇ, ਸਗਲੀ ਧਰਤੀ ਜਿਹੜੀ ਸਾਨੂੰ ਮਾਲ ਤਨ ਸਪਲਾਈ ਕਰ ਰਹੀ ਹੈ, ਬਖਸ਼ਿਸ਼ ਕਰਦੀ ਹੈ, ਸਾਰਾ ਧੰਦਾ ਸਰਬ ਜੰਜਾਲ ਸਾਡੇ ਵਾਸਤੇ ਹੈ। ਇਹਦੇ ਵਿੱਚ ਅਸੀਂ ਲੁੱਟੇ ਨਾ ਜਾਈਏ, ਬਲਕਿ ਇੱਥੋਂ ਕੁਝ ਲਾਭ ਪ੍ਰਾਪਤ ਕਰਕੇ ਜਾਈਏ, ਜੀਵਨ ਦਾ ਕੁਝ ਪ੍ਰਾਪਤ ਕਰਕੇ ਜਾਈਏ। ਭਈ ਪ੍ਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਸਤਿਗੁਰੂ ਇਹ ਕਿਰਪਾ ਕਰਨ ਤਾਂ ਕਿ ਅਸੀਂ ਇਸ ਗੱਲ ਨੂੰ ਸਮਝ ਸਕੀਏ, ਜੇ ਜਰਬਾਣਾ ਪਰ ਹਰੈ ਜਰ ਬੇਸ ਕਰੇਂਦੀ ਆਈਐ ਕੋ ਰਹਿ ਨ ਭਰੀਐ ਪਾਈਐ।